Okay. Okay, good morning once again, students. Under Mission Fateh, you have told many times in the previous lectures that must take precautionary measures just to avoid from this deadly virus corona. Cover your face with mask, take precautionary measures, avoid social gathering, stay home, stay safe, and take good food so that it may improve your immunity. Okay, yesterday we were talking about calculation of total attenuation, and then we have attenuation in loss per dV. I mean loss measured in dV per kilometer. So which is called as cable loss factor or attenuation coefficient. Okay, and in communication engineering, optical fiber communication, most of the engineers and scientists, they are using it as attenuation. Okay, and then we have measured attenuation yesterday, and the unit of attenuation, uh, I mean, while measuring attenuation, we are using power meter. So power is measured in dBm as well as in dV also, and watts also. So 1 dBm is equal to what? It's equal to minus 10 log P out over 1 milliwatt. So what was 1 milliwatt? It was a reference input power. ठीक है? सो ये ਅਸੀਂ ਪੜਿਆ ਸੀ। ਹੁਣ ਆਪਾਂ ਅੱਜ ਗੱਲ ਕਰਾਂਗੇ ਇੰਟਰਮੋਡਲ ਐਂਡ ਕ੍ਰੋਮੈਟਿਕ ਡਿਸਪਰਸ਼ਨ, ਰਾਈਟ। ਸੋ ਉਸ ਤੋਂ ਪਹਿਲਾਂ ਕਿ ਆਪਾਂ ਦੇਖੀਏ, ਆਪਾਂ ਕੱਲ ਵੀ ਦੇਖਿਆ ਸੀ, ਮੈਂ ਕੱਲ ਦੀ ਗੱਲ ਕੀਤੀ ਸੀ। ਲੁੱਕ, ਜਦੋਂ ਅਸੀਂ ਫਾਈਬਰ ਦੇ ਵਿੱਚ ਲਾਈਟ ਨੂੰ ਲਾਂਚ ਕਰਦੇ ਹਾਂ, ਠੀਕ ਹੈ, ਲਾਈਟ ਆਪਣੇ ਆਪ ਦੇ ਵਿੱਚ ਪਲਸ ਹੈ। ਜਿੱਦਾਂ ਹੁਣ ਅਸੀਂ ਜੇ ਡਿਜੀਟਲ ਦੀ ਗੱਲ ਕਰੀਏ, ਜਿੱਥੇ ਪਲਸ ਆ ਗਈ, ਜਿੱਥੇ ਲਾਈਟ ਆ ਗਈ ਉੱਥੇ 1, ਜਿੱਥੇ ਲਾਈਟ ਪਲਸ ਨਹੀਂ ਆਈ ਉੱਥੇ 0, ਯਾਨੀ ਡਾਰਕਨੈਸ ਹੈ। ਤੇ ਜੇ ਅਸੀਂ ਉੱਦਾਂ ਕੰਟੀਨਿਊਸ ਲਾਈਟ ਦੀ ਗੱਲ ਕਰੀਏ ਵੀ ਇੱਕ ਉਹ ਲਾਈਟ ਜਿਹੜੀ ਆ ਉੱਦਾਂ ਇਲੈਕਟ੍ਰੋਮੈਗਨੈਟਿਕ ਉਹਦੇ ਨਾਲ ਰੇਡੀਏਸ਼ਨ ਜੁੜੀਆਂ ਹੋਈਆਂ, ਫੀਲਡ ਜੁੜੇ ਹੋਏ ਆ। ਪਰ ਜੇ ਇੱਕ ਲਾਈਟ ਦੀ ਗੱਲ ਕਰੀਏ, ਜਦੋਂ ਅਸੀਂ ਲਾਂਚ ਕਰਦੇ ਹਾਂ ਉਹਨੂੰ ਆਪਟੀਕਲ ਫਾਈਬਰ ਤੇ ਕੋਰ ਕਲੈਡਿੰਗ ਇੰਟਰਫੇਸ ਤੇ ਲਾਈਟ ਜਦੋਂ ਪੈਨੀਟ੍ਰੇਟ ਅੰਦਰ ਕਰਦੀ ਹੈ, ਉਹ ਸੈੱਟ ਆਫ ਬੀਮਸ ਦੇ ਵਿੱਚ ਸਪਲਿਟ ਕਰ ਜਾਂਦੀ। ਪਤਾ ਲੱਗ ਗਿਆ? ਬੀਮਸ ਦੇ ਵਿੱਚ ਆ ਜਾਂਦੇ ਆ। ਤੇ ਮਤਲਬ ਇੱਕ ਜਾਂ ਉਹਨੂੰ ਅਸੀਂ ਮੋਡ ਵੀ ਕਹਿ ਸਕਦੇ ਹਾਂ। ਮੋਡ ਮੀਨਸ ਇਟ ਇਜ਼ ਏ ਪਾਥ ਟੇਕਨ ਬਾਈ ਦੀ ਲਾਈਟ ਬੀਮ ਇਨ ਦੀ फाइबर। पता लग गया? मेरी गल फॉलो की? ठीक है। हेलो बच्चों, रिस्पॉन्ड करो। हाँ जी सर, हाँ जी। यस सर। जो लाइट ने ट्रैवल करना अंदर, वो एक बीम बनता, ਉਹਦਾ ਇੱਕ ਪਾਥ ਬਣਦਾ, ਉਹਨੂੰ ਅਸੀਂ ਮੋਡ ਕਹਿੰਦੇ ਆ। ਅਗਰ ਉਹ ਸੈਂਟਰਲ ਐਕਸਿਸ ਦੇ ਅਲੋਂਗ ਹੈ, ਯਾਨੀ ਉਹਦੇ ਐਂਗਲ ਉਹਦਾ ਨਹੀਂ ਹੈਗਾ ਤੇ ਐਂਗਲ 0 ਆ, ਤੇ ਇਟ ਮੀਨਸ ਉਹ ਸਾਡਾ ਫੰਡਾਮੈਂਟਲ ਮੋਡ ਬਣ ਜਾਂਦਾ, ਜਾਂ ਲੋਐਸਟ ਆਰਡਰ ਮੋਡ ਬਣ ਜਾਂਦਾ, ਜਾਂ 0 ਆਰਡਰ ਮੋਡ ਕਹਿੰਦੇ ਅਸੀਂ। मतलब क्रिटिकल प्रोपीगेशन एंगल तक ਜਾਂ ਉਸ ਤੋਂ ਥੱਲੇ ਥੱਲੇ ਜਿੰਨੇ ਵੀ ਜਿਹੜੀ ਲਾਈਟਸ ਜਿਹੜੀ ਉਹ ਸਟ੍ਰਾਈਕ ਕਰੇਗੀ ਆਪਟੀਕਲ ਉਸ ਐਂਗਲ ਤੇ ਅੰਦਰ ਪੈਨੀਟ੍ਰੇਟ ਕਰੇਗੀ, ਔਰ ਉਸ ਤੋਂ ਬਾਅਦ ਉਹਨੇ ਕੋਰ ਕਲੈਡਿੰਗ ਬਾਉਂਡਰੀ ਤੇ ਇੰਟਰਫੇਸ ਤੇ ਸਟ੍ਰਾਈਕ ਕਰਕੇ ਫਿਰ ਅੱਗੇ ਪ੍ਰੋਪੀਗੇਟ ਕਰਨਾ ਇਨ ਦੀ ਫਾਰਮ ਆਫ ਬਾਉਂਸਸ, ਆਈ ਮੀਨ, ਕਿਉਂਕਿ ਟੋਟਲ ਇੰਟਰਨਲ ਰਿਫਲੈਕਸ਼ਨ ਹੁੰਦੀ ਹੈ। ਪਰ ਜਦੋਂ ਜਿੰਨੇ ਵੀ ਜਿਹੜੇ ਬੀਮਸ ਬਣਦੇ ਨੇ, ਜਾਂ ਮਲਟੀ ਮੋਡ ਦੀ ਗੱਲ ਕਰੀਏ, ਇੱਕ ਬੀਮ ਹੈ ਉਹਨੂੰ ਫਸਟ ਮੋਡ ਕਹਿਤਾ, ਸੈਕੰਡ ਮੋਡ ਕਹਿਤਾ, ਥਰਡ ਮੋਡ ਕਹਿਤਾ, ਅਗਰ ਤਾਂ ਉਹ ਕ੍ਰਿਟੀਕਲ ਪ੍ਰੋਪੀਗੇਸ਼ਨ ਐਂਗਲ ਤੋਂ ਥੱਲੇ ਥੱਲੇ ਉਹਨਾਂ ਦਾ ਐਂਗਲ ਬਣਦਾ, ਫਿਰ ਤਾਂ ਲਾਈਟ ਸਾਰੀ ਅੱਗੇ ਪ੍ਰੋਪੀਗੇਟ ਕਰ ਜੇਗੀ। ਪਰ ਜੇ ਕ੍ਰਿਟੀਕਲ ਪ੍ਰੋਪੀਗੇਸ਼ਨ ਐਂਗਲ ਤੋਂ ਉੱਪਰ ਚਲ ਗਈ, ਐਕਸੀਡ ਕਰ ਗਈ ਲਾਈਟ ਜਿਹੜੀ ਆ, ਹੈ ਨਾ, ਅੰਦਰ ਵਿੰਨ ਕੇ ਪੈਨੀਟ੍ਰੇਟ ਕਰਕੇ, ਫਿਰ ਉਹ ਕਲੈਡ 'ਚ ਚਲੇ ਜਾਏਗੀ ਔਰ ਅਲਟੀਮੇਟਲੀ ਲਾਸ ਹੋ ਜਾਏਗਾ। ਉਹ ਵੀ ਸਾਡਾ ਲਾਈਟ એનર્ਜੀ ਦਾ ਲਾਸ ਹੈ, ਯਾਨੀ ਪਾਵਰ ਦਾ ਲਾਸ ਹੈ। ਲਾਸ ਇਸ ਤੋਂ ਇਲਾਵਾ ਬੈਂਡਿੰਗ ਫਾਈਬਰ ਦੀ ਪ੍ਰੋਬਲਮ ਹੈ, ਫਾਈਬਰ 'ਚ ਆਪਣੇ ਬੈਂਡਿੰਗ ਦੇ ਲਾਸ ਆ। ਫਿਰ ਸਕੈਟਰਿੰਗ ਹੈ, ਵਾਈਲ ਮੈਨੂਫੈਕਚਰਿੰਗ ਜਾਂ ਫੈਬਰੀਕੇਸ਼ਨ ਵੇਲੇ ਮਟੀਰੀਅਲ ਜਿਹੜਾ ਡੋਪੈਂਟ ਐਡ ਕਰਦੇ ਆ, ਉਹਦੇ ਵਾਸਤੇ ਲਾਈਟ ਡਿਫਰੈਕਟ ਹੋ ਜਾਂਦੀ ਹੈ। ਕੁਛ ਮਤਲਬ ਇੱਧਰ ਅੱਗੇ ਕੁਛ ਪ੍ਰੋਪੀਗੇਟ ਕਰ ਜਾਂਦੀ, ਕੁਛ ਪਿਛਾਂ ਇੱਧਰ ਉੱਧਰ ਹੋ ਜਾਂਦੀ ਹੈ, ਵਿਖਰ ਜਾਂਦੀ ਲਾਈਟ। ਤੋ ਤੀਸਰਾ ਹੈਗਾ ਆ ਅਬਜ਼ੋਰਪਸ਼ਨ, ਆਇਨ ਰੈਜ਼ੋਨੈਂਸ ਅਬਜ਼ੋਰਪਸ਼ਨ ਹਾਈਡਰੋਕਸਾਈਡ ਆਇਨ ਕਰਕੇ, ਜਾਂ ਇਨਫਰਾਰੈਡ ਅਬਜ਼ੋਰਪਸ਼ਨ ਜਾਂ ਅਲਟਰਾਵਾਇਲਟ ਅਬਜ਼ੋਰਪਸ਼ਨ। ਉਹਦੇ ਤੋਂ ਇਲਾਵਾ ਜਦੋਂ ਅਸੀਂ ਸੋਰਸ ਨੂੰ ਆਪਟੀਕਲ ਫਾਈਬਰ ਦੇ ਨਾਲ ਕਨੈਕਟ ਕਰਦੇ ਹਾਂ, ਕਪਲਿੰਗ ਕਰਦੇ ਹਾਂ, ਜਾਂ ਫਿਰ ਫਾਈਬਰ ਨੂੰ ਰਿਸੀਵਿੰਗ ਐਂਡ ਤੇ ਫੋਟੋ ਡਾਇਓਡ ਨਾਲ ਕਪਲ ਕਰਦੇ ਹਾਂ, ਉਹ ਕਪਲਿੰਗ ਡਿਵਾਈਸ ਜਾਂ ਕਨੈਕਟਰਸ ਵੇਲੇ ਉੱਥੇ ਵੀ ਲਾਸ ਹੁੰਦਾ। ਠੀਕ ਹੈ। ਸੋ ਜਿਹੜੀ ਅਲਟੀਮੇਟਲੀ ਆਊਟਪੁੱਟ ਪਾਵਰ ਮੇਜਰ ਹੋਣੀ ਹੈ ਨਾ, ਉਹ ਸਾਰੇ ਲਾਸ ਇਨਕਲੂਡ ਹੁੰਦੇ ਉਹਦੇ ਵਿੱਚ। ਪਤਾ ਲੱਗ ਗਿਆ? पता लग गया बच्चों? आर यू लिसनिंग मी? हाँ जी सर, हाँ जी। इस तो इलावा इन्हां लॉसेस तो इलावा एक डिस्पर्शन मेजर फैक्टर है, यानी लाइट अंदर ਉਹਦਾ फैल जाना। क्योंकि लाइट ਜਿਹੜੀ ਆ ਅੰਦਰ ਜਦੋਂ ਪ੍ਰੋਪੀਗੇਟ ਕਰਦੇ ਆ ਡਿਫਰੈਂਟ ਬੀਮਸ ਦੇ ਵਿੱਚ ਸਪਲਿਟ ਹੋ ਗਈ, ਔਰ ਜਿਹੜੇ ਡਿਫਰੈਂਟ ਬੀਮਸ ਹੈ, ਡਿਫਰੈਂਟ ਲਾਈਟ ਦੀਆਂ ਰੇਜ਼ ਹੈ, ਉਹ ਰਿਸੀਵਿੰਗ ਐਂਡ ਤੱਕ ਉਨੀ ਡਿਫਰੈਂਟ ਡਿਸਟੈਂਸ ਟਰੈਵਲ ਕਰਕੇ ਡਿਫਰੈਂਟ ਟਾਈਮਸ ਇੰਟਰਵਲ ਤੇ ਪਹੁੰਚਣਾ। ਪਰ ਰਿਸੀਵਿੰਗ ਐਂਡ ਤੇ ਹੁੰਦੀਆਂ ਸਾਰੀਆਂ ਕਲੱਬ ਹੀ ਆ। ਤੇ ਜਦੋਂ ਕਲੱਬ ਹੋਣਾ ਪਹਿਲੇ ਮੋਡ ਤੋਂ ਲੈ ਕੇ ਲਾਸਟ ਮੋਡ ਤੱਕ, ਪਹਿਲਾ ਮੋਡ 0 ਆਰਡਰ ਮੋਡ ਵਾਲਾ, ਉਹਦੀ ਰਾਈਜ਼ਿੰਗ ਐਜ,
ਤੇ ਲਾਸਟ ਮੋਡ ਜਿਹੜਾ ਆ ਉਹ ਕ੍ਰਿਟੀਕਲ ਪ੍ਰੋਪੀਗੇਸ਼ਨ ਵਾਲਾ ਜਿਹੜੀ ਬੀਮ ਹੈ ਉਹਦੀ ਫਾਲਿੰਗ ਐਜ। ਤੋ ਇਦਾਂ ਸਾਰੇ ਬੀਮਸ ਜਿਹਨੇ ਕੰਬਾਈਨ ਹੁੰਦੇ ਆ, ਕਿਉਂਕਿ ਬਾਹਰ ਤਾਂ ਇਨਪੁਟ ਤੇ ਇੱਕੋ ਬੀਮ ਦਿੱਤਾ ਸੀ ਤੇ ਫਾਈਨਲੀ ਆਊਟਪੁੱਟ ਤੇ ਵੀ ਸਾਨੂੰ ਇੱਕੋ ਬੀਮ ਚਾਹੀਦਾ, ਪਰ ਉਹ ਅੰਦਰ ਲਾਈਟ ਡਿਸਪਰਸ ਹੋ ਜਾਂਦੀ ਆ। ਸਾਰੇ ਬੀਮਸ ਨੇ ਜਦੋਂ ਕਲੱਬ ਹੋਣਾ ਟਾਈਮ ਦੇ ਵਿੱਚ ਡਿਸਪਰਸ਼ਨ ਹੋ ਜਾਂਦਾ ਤੇ ਉਹ ਫੈਲ ਜਾਂਦਾ ਜਾਣੀ, ਠੀਕ ਹੈ। ਇਸ ਤਰੀਕੇ ਨਾਲ ਫਿਰ ਉਹ ਬੈਂਡਵਿਡਥ ਜ਼ਿਆਦਾ ਆਕੂਪਾਈ ਕਰੇਗਾ ਔਰ ਸਾਡੀ ਜਿੰਨੀ ਬੈਂਡਵਿਡਥ ਉਹਦੇ ਲਈ ਐਲੋਕੇਟਡ ਆ, ਜਾਣੀ ਸਾਡੀ ਇਨਫੋਰਮੇਸ਼ਨ ਕੈਰਿੰਗ ਕੈਪੈਸਿਟੀ ਉਹਦੀ ਘਟ ਜਾਏਗੀ, ਕਿਉਂਕਿ ਡਿਸਪਰਸ਼ਨ ਇੱਕ ਮੇਜਰ ਲਿਮਿਟੇਸ਼ਨ ਹੈ, ਫੈਕਟਰ ਹੈ ਜਿਹੜਾ ਬੈਂਡਵਿਡਥ ਨੂੰ ਘਟਾਉਂਦਾ। ਸਮਝ ਆ ਗਈ? ਸਮਝ ਆ ਗਈ ਬੱਚਿਓ? ਹਾਂਜੀ ਸਰ ਹਾਂਜੀ। ਇਸ ਤੋਂ ਇਲਾਵਾ ਹੋਰ ਵੀ ਆ, ਇਹ ਮੈਂ ਸਾਰਾ ਕੁਝ ਦੇਖੋ ਤੁਹਾਨੂੰ ਮੈਂ ਦੱਸਿਆ। ਦੇਖੋ ਮੋਡਲ, ਹੁਣ ਮੋਡ ਕਰਕੇ ਮੋਡਾਂ ਦੇ ਵਿੱਚ ਇੱਕ ਆਪਾਂ ਜਦੋਂ ਕ੍ਰੋਮੈਟਿਕ ਡਿਸਪਰਸ਼ਨ ਦੀ ਗੱਲ ਕਰਨੀ ਆ ਉਹ ਆਪਾਂ ਸਿੰਗਲ ਮੋਡ ਦੀ ਕਰਨੀ। ਕ੍ਰੋਮੈਟਿਕ, ਕ੍ਰੋਮ ਦਾ ਮਤਲਬ ਹੁੰਦਾ ਕਲਰ। ਇੱਕ ਲਾਈਟ ਜਿਹੜੀ ਆਪਾਂ ਜਿੱਦਾਂ ਪ੍ਰਿਜ਼ਮਿਕ ਇਫੈਕਟ ਦੇਖਿਆ ਸੀ ਉਹਦੇ ਵਿੱਚ ਵਾਈਟ ਲਾਈਟ ਜਿਹੜੀ ਆ ਜਾਂ ਸਨ ਰੇ ਆਰਟ ਵਾਲੀ ਜਿਹੜੀ ਲਾਈਟ ਹੈ, ਜਦੋਂ ਪ੍ਰਿਜ਼ਮ ਵਿੱਚ ਹੀ ਅਸੀਂ ਉਹਨੂੰ ਪੈਨੀਟ੍ਰੇਟ ਕਰਦੇ ਹਾਂ, ਸਟ੍ਰਾਈਕ ਕਰਦੀ ਉਹਦੀ ਏਅਰ ਤੇ ਉਹਦੀ ਗਲਾਸ ਬਾਉਂਡਰੀ ਤੇ, ਜਦੋਂ ਉਧਰੋਂ ਅੱਗੇ ਰਿਫਰੈਕਟ ਹੋ ਕੇ ਅੱਗੇ ਨਿਕਲਦੀ ਆ ਉਹਦੇ ਡਿਫਰੈਂਟ ਕਲਰਸ ਨਿਕਲਦੇ, ਬਿਬਗਿਓਰ ਬਣਦਾ, ਵਾਇਲਟ, ਇੰਡੀਗੋ, ਬਲੂ, ਹਨਾ ਐਦਾਂ ਪਤਾ ਲੱਗਾ। ਲਾਸਟ ਵਿੱਚ ਰੈੱਡ ਆਉਂਦਾ। ਸਾਰਿਆਂ ਦੀ ਡਿਫਰੈਂਟ ਵੇਵਲੈਂਥਸ ਹੈ। ਉਹ ਜੇ ਸਾਰਿਆਂ ਦੀ ਡਿਫਰੈਂਟ ਵੇਵਲੈਂਥ ਹੈ ਤੇ ਸਾਰੇ ਡਿਫਰੈਂਟ ਵੈਲੋਸਿਟੀ ਦੇ ਨਾਲ ਜਾਂ ਡਿਫਰੈਂਟ ਟਾਈਮ ਇੰਟਰਵਲਸ ਨਾਲ ਉਹ ਪ੍ਰੋਪੀਗੇਟ ਕਰਨਗੇ, ਫਿਰ ਲਾਸਟ ਵਿੱਚ ਉਹ ਵੀ ਡਿਸਪਰਸ ਹੋਏਗਾ। ਸੋ ਸਿੰਗਲ ਮੋਡ ਦੇ ਵਿੱਚ ਬੇਸ਼ੱਕ ਇੱਕੋ ਹੀ, ਜਾਨੀ ਮਲਟੀ ਮੋਡ 'ਚ ਨਹੀਂ ਹੈਗਾ, ਇੱਕੋ ਹੀ ਮੋਡ ਟਰੈਵਲ ਕਰ ਰਿਹਾ, ਪਰ ਉਹਦੇ ਵਿੱਚ ਵੀ ਡਿਸਪਰਸ਼ਨ ਆ ਜਾਂਦੀ। ਕਿਹੜੇ ਕਰਕੇ? ਕਲਰਸ ਕਰਕੇ। ਡਿਫਰੈਂਟ ਵੇਵਲੈਂਥ ਦੇ ਡਿਫਰੈਂਟ ਕਲਰਸ ਨੇ ਔਰ ਸਾਰਿਆਂ ਦੀ ਫਿਰ ਸਪੀਡ ਵੀ ਅਲੱਗ-ਅਲੱਗ ਹੋਊਗੀ। ਸਮਝ ਆ ਗਈ? ਹੈਲੋ ਹਾਂਜੀ ਸਰ ਹਾਂਜੀ। ਹੁਣ ਆਪਾਂ ਮੋਡਸ ਦੀ ਗੱਲ ਕਰਦੇ ਹਾਂ। ਮੋਡਸ ਹੈਗੇ ਆ, ਕ੍ਰੋਮੈਟਿਕ ਡਿਸਪਰਸ਼ਨ ਦੀ ਗੱਲ ਕੀਤੀ, ਕਹਿੰਦਾ ਮੋਡਲ ਜਿਹੜੀ ਡਿਸਪਰਸ਼ਨ ਹੈ, ਇੰਟਰਮੋਡਲ ਡਿਸਪਰਸ਼ਨ, ਇਹ ਆਪਣੇ ਆਪ ਦੇ ਵਿੱਚ ਇੱਕ ਡਿਸਅਪੁਆਇੰਟਮੈਂਟ ਵਾਲਾ ਫੈਕਟਰ ਹੈ ਆਪਟੀਕਲ ਫਾਈਬਰ ਦੀ ਕਮਿਊਨੀਕੇਸ਼ਨ ਵਿੱਚ, ਜਿਹਦੇ ਕਰਕੇ ਬੈਂਡਵਿਡਥ ਜਿਹੜੀ ਆ ਉਹ ਘਟਦੀ ਆ। ਤੇ ਜੇ ਬੈਂਡਵਿਡਥ ਜਿੰਨੀ ਐਲੋਕੇਟਡ ਜੇ ਉਹ ਘਟ ਗਈ ਤੇ ਇਨਫੋਰਮੇਸ਼ਨ ਕੈਰਿੰਗ ਕੈਪੈਸਿਟੀ ਵੀ ਘਟ ਜਾਣੀ ਆ ਔਰ ਦੂਰ ਤੱਕ ਸਿਗਨਲ ਪਹੁੰਚ ਨਹੀਂ ਪਾਉਣਾ, ਤੇ ਫਿਰ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਵੀ ਸਾਡੀ ਮਤਲਬ ਉੱਤੇ ਵੀ ਇਹ ਅਸਰ ਪਾਉਂਦੀ, ਐਡਵਰਸ ਇਫੈਕਟ ਕਰਦੀ ਆ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਤੇ ਵੀ। ਔਰ ਮਤਲਬ ਜਿੱਦਾਂ ਅਟੈਨੂਏਸ਼ਨ ਲਾਸ ਤਾਂ ਹੈਗੇ ਆ ਬੈਂਡਿੰਗ ਦੇ, ਜਿਹਦੇ ਵਿੱਚ ਮਾਈਕਰੋ ਤੇ ਮੈਕਰੋ ਬੈਂਡਿੰਗ ਹੈ, ਸਕੈਟਰਿੰਗ ਲਾਸਿਸ ਹੈ, ਅਬਜ਼ੋਰਪਸ਼ਨ ਲਾਸਿਸ ਹੈ। ਇਸ ਤੋਂ ਇਲਾਵਾ ਡਿਸਪਰਸ਼ਨ ਵੀ ਆਪਣੇ ਆਪ ਦੇ ਵਿੱਚ ਇੱਕ ਮੇਜਰ ਲਿਮਿਟੇਸ਼ਨ ਹੈ ਕਿ ਅੱਗੇ ਜਦੋਂ ਤੁਸੀਂ ਹਾਇਰ ਸਟੱਡੀ ਕਰੋਗੇ ਤੁਹਾਨੂੰ ਕਈ ਵਾਰੀ ਡਿਸਪਰਸ਼ਨ, ਹੁਣ ਫਾਈਬਰ ਵੀ ਸਪੈਸ਼ਲ ਆ ਗਿਆ ਜਿਹੜਾ ਡਿਸਪਰਸ਼ਨ ਨੂੰ ਕੰਪਨਸੇਟ ਕਰ ਦਿੰਦੇ ਆ, ਉਹਨੂੰ DCF ਕਹਿੰਦੇ, ਡਿਸਪਰਸ਼ਨ ਕੰਪਨਸੇਟਰੀ ਫਾਈਬਰ। DCF, ਡਿਸਪਰਸ਼ਨ ਕੰਪਨਸੇਟਰੀ ਫਾਈਬਰ। ਪਤਾ ਲੱਗ ਗਿਆ ਵੀ ਡਿਸਪਰਸ਼ਨ ਨੂੰ ਕੰਪਨਸੇਟ ਕਰਨ ਵਾਲਾ। ਕਈ ਹੋਰ ਵੀ ਤਰ੍ਹਾਂ ਦੇ ਫਾਈਬਰ ਹੈਗੇ ਜਿਹਨੂੰ ਅਸੀਂ ਕਹਿੰਦੇ ਆ ਡਿਸਪਰਸ਼ਨ ਸ਼ਿਫਟਡ ਫਾਈਬਰ, DSF। ਮਤਲਬ ਵੀ ਪਰਟੀਕੂਲਰ ਜਿੱਦਾਂ ਇੱਕ ਵੇਵ ਲੈਂਥ ਤੇ ਜਿਹੜੀ ਡਿਸਪਰਸ਼ਨ ਆ ਉਹ ਜ਼ੀਰੋ ਆ, ਉਹਨੂੰ ਅਸੀਂ ਜ਼ੀਰੋ ਡਿਸਪਰਸ਼ਨ ਵੀ ਕਹਿ ਦਿੰਦੇ ਆ। ਅਸਲ 'ਚ ਕੀ ਹੈ ਕਿ ਡਿਸਪਰਸ਼ਨ ਜ਼ੀਰੋ ਵੇਵ ਲੈਂਥ ਦਾ ਮਤਲਬ ਉਸ ਵੇਵ ਲੈਂਥ ਤੇ ਡਿਸਪਰਸ਼ਨ ਜ਼ੀਰੋ ਆ। ਜਿੱਦਾਂ ਤੁਸੀਂ NFTL ਦੇ ਵਿੱਚ ਫਿਲਟਰ ਵਾਲਾ ਪੜ੍ਹਿਆ ਸੀ, M ਡਰਾਈਵ ਦੇ ਵਿੱਚ, ਵੀ F ਇਨਫਿਨਿਟੀ ਦਾ ਮਤਲਬ ਹੈ ਜਿਹੜੀ ਉਹ ਪਰਟੀਕੂਲਰ ਫ੍ਰੀਕੁਐਂਸੀ ਕੱਟ ਆਫ ਤੋਂ ਉੱਪਰ ਹੈ ਜਾਂ ਥੱਲੇ ਆ, ਹਾਈ ਪਾਸ ਦੇ ਵਿੱਚ ਥੱਲੇ ਤੇ ਲੋ ਪਾਸ ਦੇ ਵਿੱਚ ਉੱਪਰ, ਠੀਕ ਹੈ। ਉਹ ਜਿਹੜੀ ਉਸ ਪਰਟੀਕੂਲਰ ਫ੍ਰੀਕੁਐਂਸੀ ਤੇ ਅਟੈਨੂਏਸ਼ਨ ਇਨਫਾਈਨਾਈਟ ਹੁੰਦੀ ਹੈ, ਨਾ ਕਿ ਫ੍ਰੀਕੁਐਂਸੀ ਇਨਫਾਈਨਾਈਟ। ਇਦਾਂ ਹੀ ਪਰਟੀਕੂਲਰ ਵੇਵਲੈਂਥ ਤੇ ਜਿਹੜੀ ਡਿਸਪਰਸ਼ਨ ਉਹ ਜ਼ੀਰੋ ਹੁੰਦੀ ਹੈ, ਨਾ ਕਿ ਵੇਵਲੈਂਥ ਜ਼ੀਰੋ ਹੁੰਦੀ ਹੈ। ਸਮਝ ਆ ਗਈ? ਇਹ ਵੀ ਆਪਾਂ ਅੱਗੇ ਗੱਲ ਕਰਾਂਗੇ ਜਦੋਂ ਆਪਾਂ ਹਾਂ ਯੈਸ। ਸੋ ਹੁਣ ਮੈਂ ਅੱਜ ਦੀ ਗੱਲ ਕਰਦਾ ਮੋਡਸ ਕੀ ਹੈ। ਕਹਿੰਦਾ ਵਾਟ ਆਰ ਦੇ ਨੂਮੈਰੀਕਲ ਅਪਰਚਰ ਵੀ ਹੈਵ ਸੀਨ ਇਜ਼ ਦ ਨੰਬਰ ਦੈਟ ਕਰੈਕਟਰਾਈਜ਼ਸ ਇੱਕ ਜਿਹੜੀ ਅਸਲ 'ਚ ਕੀ ਆਪਟੀਕਲ ਫਾਈਬਰ ਦੀ ਲਾਈਟ ਨੂੰ ਗੈਦਰ ਕਰਨ ਦੀ ਐਬਿਲਿਟੀ ਨੂੰ ਕਰੈਕਟਰਾਈਜ਼ ਕਰਦਾ ਕੌਣ? ਨੂਮੈਰੀਕਲ ਅਪਰਚਰ। ਇਹ ਇੱਕ ਨੰਬਰ ਹੈ। ਆਪਾਂ ਕੱਲ ਗੱਲ ਕੀਤੀ ਸੀ ਵੀ ਜਿੱਦਾਂ ਆਪਾਂ ਵੀ ਜਿੰਨਾ ਕਹਿੰਦਾ ਨੰਬਰ ਇਹ ਜ਼ਿਆਦਾ ਵੱਡਾ ਜਾਣੀ ਜਾਂ ਆਪਟੀਕਲ ਫਾਈਬਰ ਦਾ ਜਿੰਨਾ ਡਾਇਆ ਜ਼ਿਆਦਾ ਜਾਂ ਨੂਮੈਰੀਕਲ ਅਪਰਚਰ ਜ਼ਿਆਦਾ, ਉਨੀ ਲਾਈਟ ਅਸੀਂ ਜ਼ਿਆਦਾ ਡਾਇਰੈਕਟ ਕਰ ਸਕਦੇ ਅੰਦਰ, ਠੀਕ ਹੈ। ਇਹਦਾ ਮਤਲਬ ਇਹ ਆ ਵੀ ਗ੍ਰੇਟਰ ਦੀ ਨੂਮੈਰੀਕਲ ਅਪਰਚਰ ਫਿਰ ਲਾਰਜਰ ਅਮਾਊਂਟ ਆਫ ਦਾ ਲਾਈਟ ਜਿਹੜੀ ਆਪਾਂ ਉਹਦੇ ਵਿੱਚ ਡਾਇਰੈਕਟ ਕਰ ਸਕਦੇ ਹਾਂ ਤੇ ਆਪਟੀਕਲ ਫਾਈਬਰ ਦੇ ਵਿੱਚ ਅੰਦਰ ਸੇਵ ਕਰ ਸਕਦੇ। ਇੱਥੋਂ ਦਾ ਇਹ ਗੱਲ ਕਲੀਅਰ ਹੋਈ ਜੀ ਪਲਾਸਟਿਕ ਦਾ ਆਪਟੀਕਲ ਫਾਈਬਰ ਬਣਿਆ ਉਹਦਾ ਨੂਮੈਰੀਕਲ ਅਪਰਚਰ ਦੇਖੋ 0.5192 ਜਿਹੜਾ ਆਪਾਂ ਪਿੱਛੇ ਕੈਲਕੂਲੇਟ ਕੀਤਾ, ਔਰ ਜਿਹੜਾ ਸਿਲਿਕਾ ਫਾਈਬਰ ਹੈ ਉਹਦਾ ਨੂਮੈਰੀਕਲ ਅਪਰਚਰ ਕਿੰਨਾ 0.2425। ਇੱਦਾਂ ਦੇਖਣ 'ਚ ਸਿਲਿਕਾ ਫਾਈਬਰ ਹੈ ਵਧੀਆ ਪਰ ਇਹਦਾ ਨੂਮੈਰੀਕਲ ਅਪਰਚਰ ਘੱਟ ਲੱਗਦਾ। ਕਹਿੰਦਾ ਸਿਰਫ ਇਹੀ ਫੈਕਟਰ ਨਹੀਂ, ਇਹ ਆਲਵੇਜ਼ ਟਰੂ ਨਹੀਂ ਹੁੰਦਾ। ਇਹ ਇੱਕ ਸਟੰਬਲਿੰਗ ਬਲੌਕ ਆ ਜਿਹੜੀ ਸਾਡੀ ਨੂਮੈਰੀਕਲ ਅਪਰਚਰ ਨੂੰ ਬਲੌਕ ਕਰਦੀ, ਜਾਣੀ ਇੱਕ ਆਬਸਟੈਕਲ ਹੈ। ਤੋ ਆਪਾਂ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਵਾਸਤੇ ਮੋਡਸ ਦੀ ਗੱਲ ਕਰਦੇ, ਮੋਡਸ ਦੀ ਆਪਟੀਕਲ ਫਾਈਬਰ ਦੇ ਵਿੱਚ। ਸੋ ਇਹ ਮੈਂ ਕੱਲ ਗੱਲ ਕੀਤੀ ਸੀ। ਆ ਦੇਖੋ ਹੁਣ ਮੈਂ ਤੁਹਾਨੂੰ ਡਾਇਗਰਾਮ ਦਿਖਾਣਾ। ਆ ਦੇਖੋ ਇਹਦੇ ਵਿੱਚ ਜਿਹੜੀ ਆ ਲਾਈਟ ਅੰਦਰ ਬਾਹਰੋਂ ਆਈ ਆ ਪਲਸ ਦੀ ਫਾਰਮ ਦੇ ਵਿੱਚ, ਪਲਸ ਅੰਦਰ ਜਾ ਕੇ ਸਪਲਿਟ ਕਰ ਗਏ ਇਨ ਦੀ ਫਾਰਮ ਆਫ ਡਿਫਰੈਂਟ ਰੇਸ, ਯਾਨੀ ਡਿਫਰੈਂਟ ਪਲਸਿਸ ਬਣ ਗਏ, ਉਹਦੇ ਬੀਮ ਬਣ ਗਏ।
ਜਿਹੜਾ ਬੀਮ ਐਕਸਿਸ ਦੇ ਅਲੋਂਗ ਜਾ ਰਿਹਾ ਇਹ ਜ਼ੀਰੋ ਆਰਡਰ ਮੋਡ ਹੈ। ਜ਼ੀਰੋ ਆਰਡਰ ਦਾ ਮੋਡ ਦਾ ਮਤਲਬ ਐਂਗਲ ਨਹੀਂ ਕੋਈ। ਤੋ ਜਿਹੜਾ ਅਲਫਾ 1 ਹੈ ਉਹ ਅਲਫਾ 1 ਐਂਗਲ ਤੇ ਆ, ਅਲਫਾ 2 ਐਂਗਲ ਤੇ ਕਿਹਦੇ ਨਾਲ ਆ ਰੇ ਵਿਦ ਰਿਸਪੈਕਟ ਟੂ ਸੈਂਟਰ ਰੇ ਜਿਹੜੀ ਡਾਟਡ ਵਾਲੀ। ਪਤਾ ਲੱਗ ਗਿਆ? ਐਂਗਲ ਤਾਂ ਦੋ ਲਾਈਨਾਂ ਜਿੱਥੇ ਕੱਟੀਆਂ ਉੱਥੇ ਹੀ ਬਣਨਾ ਨਾ। ਪਤਾ ਲੱਗ ਗਿਆ ਨਾ? ਸੋ ਇਸ ਤਰੀਕੇ ਨਾਲ ਅਲਫਾ 1 ਜਿਹੜਾ ਇਹ ਅਲਫਾ 0 ਕਹ ਲਓ, ਜ਼ੀਰੋ ਆਰਡਰ ਮੋਡ ਕਹ ਲਓ, ਇਹਨੂੰ ਫੰਡਾਮੈਂਟਲ ਮੋਡ ਵੀ ਕਹਿੰਦੇ ਆ, ਜਾਂ ਜ਼ੀਰੋ ਆਰਡਰ ਜਾਂ ਲੋਐਸਟ ਆਰਡਰ। ਤੇ ਜਿਹੜਾ ਅਲਫਾ 1 ਹੈ ਫਸਟ ਆਰਡਰ, ਸੈਕੰਡ ਆਰਡਰ, ਥਰਡ ਆਰਡਰ। ਜਿਹੜਾ ਅਲਫਾ ਸੀ ਉਹ ਕ੍ਰਿਟੀਕਲ ਪ੍ਰੋਪੇਗੇਸ਼ਨ, ਉਹ ਮਤਲਬ ਹਾਈਐਸਟ ਆਰਡਰ ਹੈ। ਉੱਥੇ ਆਦੇ ਕੋਰ ਕਲੈਡਿੰਗ ਬਾਉਂਡਰੀ ਤੇ ਟਕਰਾ ਕੇ ਲਾਈਟ ਵਾਪਸ ਆਉਂਦੀ ਹੈ। ਹੁਣ ਜਿੰਨੀਆਂ ਰੇਜ਼ ਡਿਫਰੈਂਟ ਐਂਗਲ ਤੇ ਸਟ੍ਰਾਈਕ ਕੀਤੀਆਂ, ਪਹਿਲਾਂ ਤਾਂ ਇਹਨਾਂ ਦੇ ਡਿਫਰੈਂਟ ਕ੍ਰਿਟੀਕਲ ਪ੍ਰੋਪੇਗੇਸ਼ਨ ਐਂਗਲ ਬਣੇ, ਫਿਰ ਇਹਨੇ ਡਿਫਰੈਂਟ ਕ੍ਰਿਟੀਕਲ इंसिडेंट कोर क्लैडिंग बाउंड्री ते स्ट्राइक करना, और फिर उन्होंने डिस्टेंस जिहड़ा है वो वेरी करी जाना, ट्रैवलिंग टाइम भी वेरी कर जाना, लास्ट एंड ते वो कंबाइन कर देनी। फिर आप इस चीज़ को माइक्रो बेंडिंग या फेस की गल की सी, कहता आ देखो आप माइक्रो जिहड़ा मिरर लगा के, मिरर ना आप देख सकते हैं, जिहड़ा आप जिद्दां देखदे नहीं ग्लास लेंस या मिरर ना लगा के देखते भी सानूं किद्दां पता लगू। सो इत्थे देखो इत्थे कोर क्लैडिंग बाउंड्री ते इस एंगल का ते इस एंगल का थोड़ा फर्क हो जाता, इहनूं फेस वेरीएशन भी कहते हैं। ਤੇ ਅੱਗੇ ਆ ਸਾਰੇ ਉਹ ਮਿਰਰ ਲਗਾਏ ਨੇ, ਠੀਕ ਹੈ ਨਾ। ਲਾਈਟ ਜੇ ਤਾਂ ਕੋਰ ਕਲੈਡਿੰਗ ਬਾਉਂਡਰੀ ਆਰਡਰ ਤੇ ਆ ਕ੍ਰਿਟੀਕਲ ਇਨਸੀਡੈਂਸ ਐਂਗਲ ਤੇ ਜਾਂ ਕ੍ਰਿਟੀਕਲ ਪ੍ਰੋਪੇਗੇਸ਼ਨ ਐਂਗਲ ਅੱਗੇ ਜਾ ਕੇ ਵੀ ਇਹ ਐਂਗਲ ਸੇਮ ਰਿਹਾ, ਫਿਰ ਤਾਂ ਲਾਈਟ ਜ਼ਿਗਜ਼ੈਗ ਫਾਰਮ ਦੇ ਵਿੱਚ ਅੱਗੇ ਪ੍ਰੋਪੇਗੇਟ ਕਰ ਜੇਗੀ। ਅਗਰ ਇਹ ਐਂਗਲ ਡਿਫਰ ਕਰ ਗਿਆ ਫਿਰ ਲਾਈਟ ਪ੍ਰੋਪੇਗੇਟ ਨਹੀਂ ਕਰੇਗੀ, ਜਾਣੀ TIR ਵਾਇਓਲੇਟ ਹੋ ਜਾਏਗੀ। ਪਤਾ ਲੱਗਿਆ? ਤੇ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਕੈਲਕੂਲੇਟ ਕੀਤੇ ਸੀ ਵੀ ਇੱਕ ਫਾਈਬਰ ਵਿੱਚ ਨੰਬਰ ਆਫ ਮੋਡਸ ਕਿੰਨੇ ਕੈਲਕੂਲੇਟ ਕਰ ਸਕਦੇ ਆਪਾਂ। ਉਹ ਆਪਾਂ ਇਹ ਦੇਖਿਆ ਸੀ ਪਿਛਲੀ ਜਿਹੜੀ ਡਿਸਕਸ਼ਨ ਹੈ ਉਹਦੇ ਵਿੱਚ ਆਪਾਂ ਇਹ ਦੇਖਿਆ ਸੀਗਾ। ਮੈਂ ਗੱਲ ਲੱਗਾ ਕਰਨ ਤੁਹਾਨੂੰ, ਆ ਦੇਖੋ ਇੱਥੇ ਆਪਾਂ ਗੱਲ ਕਰਦੇ ਹਾਂ ਵੀ ਨੰਬਰ ਆਫ ਮੋਡ ਕਿੰਨੇ ਵਿੱਚ ਹੀ ਹੋ ਸਕਦੇ ਆ। ਉਹਨੇ ਕਹਿਣਾ ਜੇ ਉਹਦਾ ਮਤਲਬ डाया ज़्यादा तो भी नंबर ऑफ मोड ज़्यादा हो सकते हैं, जो उसका न्यूमेरिकल अपर्चर ज़्यादा तो भी नंबर, जो उसकी वेवलेंथ घट है लाइट बीम्स की फिर वो इनवर्सली तो भी नंबर ऑफ मोड ज़्यादा हो सकते हैं। सो असीं इहनूं मैथमैटिकली इदा प्रो लिया फार्मूले जिथे कि जिहड़ा न्यूमेरिकल अपर्चर वो n1 स्क्वायर माइनस n2 दा होल स्क्वायर दा होल अंडर रूट ये NA है, और NA नूं असीं अगे भी इदा लिख सकते हैं। NA दे 3-4 फार्मूले बनते हैं, आ देखो अगे लिखे होंगे, आ देखो NA जिहड़ा आ वो n1 स्क्वायर माइनस n2 दा होल स्क्वायर दा होल अंडर रूट, पता लग गया वो NA बन गया। NA नूं n इंटू अंडर रूट 2 डेल्टा भी कहने आ, और ठीक है ना गल पता लग गई। जिथे कि जिहड़ा N आ वो दोनों रिफ्रैक्टिव इंडैक्स की एवरेज है, उन्होंने एवरेज रिफ्रैक्टिव इंडैक्स कहने आ। जिहड़ा डेल्टा आ वो रिलेटिव रिफ्रैक्टिव इंडैक्स है, जानी ऊपर डिफरेंस है थल्ले एवरेज है। पता लग गया? ऊपर डिफरेंस थल्ले एवरेज। ये मैं कई बार करा चुका तुहानूं, तमासी विचों भी ये विचों भी बार बार चीज़ रिपीट हो रही है। तो जे कहना स्टैप इंडैक्स फाइबर है जिथे हाँ जो नॉर्मलाइज कट ऑफ फ्रीकुएंसी पैरामीटर जे यदि वैल्यू 20 तो ज़्यादा तो स्टैप इंडैक्स वास्ते ये फार्मूला बनता v²/2 तो ग्रेड इंडैक्स वास्ते v²/4। कल आप ये न्यूमेरिकल भी किया भी किन्ने नंबर ऑफ मोड्स वो आ सकते। आ देखो डायामीटर दिता, न्यूमेरिकल अपर्चर दिता और ऑपरेटिंग वेवलेंथ दी है। जो फाइबर है वो ग्रेड इंडैक्स ऑप्टिकल फाइबर है। ये आप कट्टे 431, पता लग गया 431 अपन ਜਿਹੜਾ ਨੰਬਰ ਹੈ ਉਹ ਕੱਢੇ ਸੀ, ਕਿਉਂਕਿ ਇਹਨੂੰ ਆਪਾਂ ਇੰਟੀਜਰ 'ਚ ਨਹੀਂ ਲੈਣਾ, ਇਹਨੂੰ ਸੌਰੀ ਡੈਸੀਮਲ 'ਚ ਲੈਣਾ, ਇਹਨੂੰ ਇੰਟੀਜਰ 'ਚ ਲੈਣਾ। ਹੁਣ ਇਹਦੇ ਪਿੱਛੇ ਆਪਾਂ ਇੰਪੋਰਟੈਂਸ ਦੇਖਦੇ ਹਾਂ ਫਿਜ਼ਿਕਸ ਕੀ ਹੈ, ਮਤਲਬ ਫਿਜ਼ਿਕਸ ਜਾਂ ਇੰਪੋਰਟੈਂਟ ਇਹਦੇ ਪਿੱਛੇ ਉਹਦੀ ਭੌਤਿਕਤਾ ਕੀ ਹੈ, ਜਾਣੀ ਮੋਡਸ ਦੀ ਇੰਪੋਰਟੈਂਸ ਕੀ ਹੈ। ਕਹਿੰਦਾ ਵੀ ਵਾਈ ਡੂ ਵੀ ਨੀਡ ਟੂ ਨੋ ਅਬਾਊਟ ਮੋਡਸ ਇਨ ਐਨ ਆਪਟੀਕਲ ਫਾਈਬਰ। ਕਹਿੰਦਾ ਅਸਲ 'ਚ ਇਹਦੇ ਬਾਰੇ ਅਸੀਂ ਜਾਣਨਾ ਹੀ ਕਿਉਂ ਚਾਹੁੰਦੇ ਮੋਡਸ ਬਾਰੇ, ਬਿਕੋਜ਼ ਇਹ ਲਾਈਟ ਬੀਮ emerging from a light source into the fiber breaks down into set of modes। मैं पहले कहता जी लाइट वीव लाइट सोर्स तो बाहर निकलती इमर्ज होंगी आ, और जो असं इन्हू फाइबर के लॉन्च करना वो सैट ऑफ मोड्स के ब्रेक हो जाती, पता लग गया वो मोड्स बन जाते हैं फाइबर के। और विद इन दी फाइबर टोटल जी लाइट पावर है वो इंडिविजुअल मोड द्वारा कैरी होंगी आ, तो जी फाइबर से आउटपुट मिलती है। फिर सारे जोड़े पोर्शनस है वो कंबाइन होंगे आ, तो सानू आउटपुट है जोड़ा वो प्रोड्यूस होता है। पता ना जी आउटपुट बीम है वो इन्होंने दोनों सारे बीम्स का कंबीनेशन है। गल पता लग गई? हेलो हेलो बच्चों? हाँ जी सर। हाँ ये चार ही बच्चे आ, 6 जोड़े सी, एक वो भी स्किप कर गया, कोई गल नहीं, नो प्रॉब्लम। कहता साडे मन च एक्शन क्वेश्चन होंदा वन वे वंडर व्हाई डज कंटीन्यूअस लाइट आउटसाइड फाइबर कन्वर्ट इनटू डिस्क्रीट मोड्स। कई बार एक लगातार जी लाइट है वो जो फाइबर के असीं लॉन्च करते हैं तो अंदर डिस्क्रीट मोड्स क्यों बन जाते, जानी वो डिफरेंट टुट क्यों जाती है ना, वो क्यों।
ਤੇ ਕਹਿੰਦਾ ਆਪਾਂ ਉਹ 3 10 ਤੇ 20 ਤੇ 3 10 ਸੀ ਦੇ ਵਿੱਚ ਆਪਾਂ ਇਹਦੀ ਆਪਾਂ ਦੱਸੀ ਗੱਲ, ਜਿੱਥੇ ਆਪਾਂ ਮੈਗਨੀਫਾਇਰਸ ਲਗਾ ਕੇ ਦੇਖਿਆ ਆਪਣੇ ਪੁਆਇੰਟ ਆਫ ਇੰਟਰਸਟ ਨਾਲ ਲਾਰਜ ਸਕੇਲ ਤੇ। ਸੋ ਆਪਾਂ 3 ਪੁਆਇੰਟਸ ਜਿਹੜੇ ਆ ਉਹ ਸਾਨੂੰ ਦੇਖਣ ਚਾਹੇ, ਉਹ ਕਿਹੜੇ ਸੀਗੇ? ਫਸਟ, ਉਹ ਦੇਖੋ, ਯੂ ਵਿਲ ਰੀਕਾਲ ਦੈਟ ਲਾਈਟ ਇਜ਼ ਮੇਡ ਅਪ ਆਫ ਇਲੈਕਟ੍ਰੋਮੈਗਨੈਟਿਕ ਵੇਵਸ। ਕਹਿੰਦਾ ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਵੀ ਲਾਈਟ EM ਵੇਵਸ ਦੀ ਬਣੀ ਆ। ਦੀ ਫੇਸਿਸ ਐਟ ਵਿਚ ਸਪੈਸੀਫਿਕ ਵੇਵਸ ਮੀਟ ਦੀ ਕੋਡ ਕਲਾਈਡਿੰਗ ਬਾਉਂਡਰੀ ਇੰਟਰਫੇਸ ਆਰ ਡਿਫਰੈਂਟ। ਜਿੱਥੇ ਉਹ ਜਿਹੜੀ ਲਾਈਟ ਜਿਹੜੀ ਵੀ ਆ, ਜਦੋਂ ਕੋਰ ਕਲਾਈਡਿੰਗ ਇੰਟਰਫੇਸ ਤੇ ਜਦੋਂ ਮੀਟ ਹੁੰਦੀ ਆ, ਉੱਥੇ ਫੇਸ ਜਿਹੜੇ ਆ ਐਂਗਲ ਆ ਉਹ ਅਲੱਗ-ਅਲੱਗ ਬਣਦੇ ਆ। ਔਰ ਉਹ ਡਿਪੈਂਡ ਕਾਹਤੇ ਕਰਦਾ? ਐਂਡ ਡਿਪੈਂਡ ਔਨ ਦੀ ਡਿਸਟੈਂਸ ਵੇਵਸ ਟਰੈਵਲ। ਫਿਰ ਕਿੰਨਾ, ਹੁਣ ਜਿਸ ਐਂਗਲ ਕੋਰ ਕਲਾਈਡਿੰਗ ਬਾਉਂਡਰੀਜ਼ ਤੇ ਕਿੰਨਾ ਫੇਸ ਆ, ਕਿਸ ਐਂਗਲ ਤੇ ਸਟ੍ਰਾਈਕ ਕੀਤੀ ਹੈ, ਫਿਰ ਉੱਥੋਂ ਡਿਪੈਂਡ ਹੁੰਦਾ ਵੀ ਕਿੰਨੀ ਡਿਸਟੈਂਸ ਉਹਨੇ ਟਰੈਵਲ ਕਰਨਾ। ਬਟ ਦੀ ਡਿਸਟੈਂਸ ਇਨਸਾਈਡ ਦੀ ਫਾਈਬਰ ਇਜ਼ ਡਿਟਰਮਾਈਨਡ ਬਾਈ ਦੀ ਪ੍ਰੋਪਗੇਸ਼ਨ ਐਂਗਲ। ਪਰ ਜਿਹੜਾ ਡਿਸਟੈਂਸ ਅੰਦਰ ਉਹ ਕਹਿੰਦੇ ਡਿਟਰਮਾਈਨ, ਉਹਦੀ ਵੈਲਿਊ ਕਿੰਨ ਲੱਭਣੀ ਆ? ਪ੍ਰੋਪਗੇਸ਼ਨ ਐਂਗਲ ਨੇ। ਸੋ ਇਸ ਕਰਕੇ these different waves traveling within the fiber at different propagation angle। ਇਸ ਕਰਕੇ ਜਿੰਨੀਆਂ ਅਲੱਗ-ਅਲੱਗ ਵੇਵਸ ਹੈ ਉਹ ਫਾਈਬਰ ਦੇ ਅੰਦਰ ਡਿਫਰੈਂਟ ਪ੍ਰੋਪਗੇਸ਼ਨ ਐਂਗਲਸ ਤੇ ਪ੍ਰੋਪਗੇਟ ਕਰਨੀਆਂ, ਟਰੈਵਲ ਕਰਨੀਆਂ, ਔਰ ਫਿਰ ਉਹ ਕੋਰ ਕਲਾਈਡਿੰਗ ਬਾਉਂਡਰੀ ਤੇ ਵੀ ਡਿਫਰੈਂਟ ਐਂਗਲਸ ਤੇ ਸਟ੍ਰਾਈਕ ਕਰਨਗੀਆਂ, ਜਿਹਨੂੰ ਅਸੀਂ ਫੇਸ ਐਂਗਲ ਕਹਿੰਦੇ ਆ। ਪਤਾ ਲੱਗਾ? ਇਹੀ ਆਪਾਂ ਉਹਨਾਂ ਦੋਨਾਂ ਫਿਗਰਾਂ 'ਚ ਦਿਖਾਇਆ। ਠੀਕ ਹੈ, ਪਹਿਲਾ ਪੁਆਇੰਟ ਤਾਂ ਇਹ ਸੀਗਾ। ਸੈਕੰਡ ਪੁਆਇੰਟ ਇਹ ਸੀਗਾ, ਕ੍ਰਿਟੀਕਲ ਪੁਆਇੰਟ ਹੈ ਵੀ ਵੇਵ ਐਕਸਪੀਰੀਅੰਸ ए ਫੇਸ ਸ਼ਿਫਟ when it is reflected। ਜਦੋਂ ਉਹਨੇ ਵੇਵ ਨੇ ਉੱਪਰ ਕੋਰ ਕਲਾਈਡਿੰਗ ਬਾਉਂਡਰੀ ਤੇ ਸਟ੍ਰਾਈਕ ਕਰਕੇ ਥੱਲੇ ਆਉਣਾ, ਫਿਰ ਰਿਫਲੈਕਟ ਹੁੰਦੀ, ਫਿਰ ਜਾਂਦਾ, ਜਿਹੜੀ ਬਾਉਂਸਿੰਗ ਹੁੰਦੀ ਜ਼ਿਗਜ਼ੈਗ, ਤੇ ਉਹਦੀ ਪ੍ਰੋਪਗੇਸ਼ਨ ਉਹਦੇ ਫੇਸ ਸ਼ਿਫਟ 'ਚ ਕਹਿੰਦਾ ਫਰਕ ਪੈਂਦਾ। ਵੇਵ ਐਕਸਪੀਰੀਅੰਸ ਇਹ ਫੇਸ ਸ਼ਿਫਟ, ਫੇਸ ਦੇ ਵਿੱਚ ਸ਼ਿਫਟਿੰਗ ਹੋਣੀ ਆ ਜਦੋਂ ਕੀ ਹੋਣਾ? ਵੈਨ ਇਟ ਇਜ਼ ਰਿਫਲੈਕਟਡ। ਸੋ ਦਿਸ ਸ਼ਿਫਟ ਡਿਪੈਂਡਸ ਔਨ ਦੀ ਪ੍ਰੋਪਗੇਸ਼ਨ ਐਂਗਲ। ਠੀਕ ਹੈ, ਜਿੱਥੇ ਹੁਣ ਆਪਾਂ ਦੇਖਿਆ 2 ਐਂਗਲ ਦੇਖੇ ਸੀ ਆਪਾਂ ਪ੍ਰੋਪਗੇਟ, ਇੱਕ α1 ਤੇ ਇੱਕ α2। ਇਹਨਾਂ ਦੋਨਾਂ ਦੇ ਡਿਫਰੈਂਟ ਫੇਸ ਸ਼ਿਫਟ ਹੈ। ਪਤਾ ਲੱਗ ਗਿਆ? ਕਿਉਂ ਕੀ ਹੈ? ਕਿਉਂਕਿ ਇਹਨਾਂ ਦੇ ਰਿਫਲੈਕਸ਼ਨ ਜਿਹੜੀ ਆ ਉਹ ਡਿਫਰੈਂਟ ਐਂਗਲਸ ਤੇ ਰਿਫਲੈਕਟ ਹੋਈ ਸੀ। ਥਰਡ ਜਿਹੜਾ ਮੋਸਟ ਕ੍ਰੂਸ਼ੀਅਲ ਪੁਆਇੰਟ ਹੈ ਉਹ ਕੀ ਆ? ਕਹਿੰਦਾ ਜਿਹੜੀ ਵੇਵ ਆ ਉਹਨੇ ਜ਼ਿਗਜ਼ੈਗ ਪਾਥ ਲੈਣਾ, ਉਹਨੇ ਟਰੈਵਲ ਕੰਪਲੀਟ ਪਾਥ ਉਦੋਂ ਹੀ ਕਰਨਾ ਜੇ ਵੈਨ α1 ਸਟ੍ਰਾਈਕਸ ਦੀ ਕੋਰ ਕਲਾਈਡਿੰਗ ਇੰਟਰਫੇਸ ਹੈਵਿੰਗ ਦੀ ਸੇਮ ਫੇਸ। ਜਦੋਂ ਉਹਨੇ ਕੋਰ ਕਲਾਈਡਿੰਗ ਬਾਉਂਡਰੀ ਤੇ ਇੰਟਰਫੇਸ ਕਰਨਾ, ਉਹਦਾ ਐਂਗਲ ਜਿਹੜਾ ਬਣਿਆ ਜਾਂ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਜਿਹੜਾ ਬਾਉਂਡਰੀ ਸੈਂਟਰ ਦੀ ਲਾਈਨ ਦੇ ਨਾਲ ਬਣਿਆ, ਅੱਗੇ ਵੀ ਜਦੋਂ ਬਾਉਂਸ ਕਰਨਾ, ਜਦ ਅੰਦਰੋਂ ਇੰਟਰਨਲ ਰਿਫਲੈਕਟ ਹੋ ਕੇ ਜ਼ਿਆਦਾ ਕ੍ਰਿਟੀਕਲ ਇੰਸੀਡੈਂਸ ਦੋਨੋਂ ਬਰਾਬਰ ਰਹਿਣ, ਫੇਸ ਐਂਗਲ ਬਰਾਬਰ ਹੋਵੇ ਜਾਂ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਬਰਾਬਰ ਹੋਵੇ, ਤਾਂ ਉਹ ਜ਼ਿਗਜ਼ੈਗ ਪਾਥ ਲੈ ਕੇ ਅੱਗੇ ਆਪਣਾ ਪਾਥ ਟਰੈਵਲ ਕਰੇਗੀ, ਪੂਰਾ ਕਰੇਗੀ। ਪਤਾ ਲੱਗ ਗਿਆ? ਹੈਲੋ ਹਾਂਜੀ ਸਰ। हाँ, ठीक है। सो एज इट हैज ऑन द प्रीवियस स्ट्राइक, तो वाइल अल्फा के कहना α1 ਦਾ ਜਿਹੜਾ ਫੇਜ਼ ਅਲੱਗ ਸੀ, ਅਲਫਾ ਕੇ ਦਾ ਅਲੱਗ ਸੀ। ਸੋ ਇਹਨਾਂ ਦਾ α1 ਤਾਂ ਜਿਹੜਾ ਰੀਪਰੋਡਿਊਸ ਹੋ ਜਾਏਗਾ ਆਪਣੇ ਇੱਕ ਸਾਈਕਲ ਤੋਂ ਬਾਅਦ, ਯਾਨੀ ਹੋਲ ਸਾਈਕਲ ਆਫ ਪ੍ਰੋਪਗੇਸ਼ਨ, ਪਰ ਅਲਫਾ ਕੇ ਨਹੀਂ ਹੋਣਾ ਕਿਉਂਕਿ ਉਹਦਾ ਫੇਜ਼ ਸ਼ਿਫਟ ਅਲੱਗ ਸੀ। ਪਤਾ ਲੱਗ ਗਿਆ? ਸੋ ਆਲ ਥੀਸ ਫੇਜ਼ ਸ਼ਿਫਟ ਡਿਪੈਂਡਸ ਅਪਨ ਦੀ ਪ੍ਰੋਪਗੇਸ਼ਨ ਐਂਗਲ ਆਫ ਦਾ ਸਪੈਸੀਫਿਕ ਵੇਵ ਟਰੈਵਲਿੰਗ ਇਨਸਾਈਡ ਦੀ ਫਾਈਬਰ। ਹੁਣ ਜਿਹੜੇ ਫੇਜ਼ ਸ਼ਿਫਟ ਹੈ ਕੋਰ ਕਲਾਈਡਿੰਗ ਬਾਉਂਡਰੀ ਤੇ ਜਿਹੜਾ ਐਂਗਲ ਜਿਹੜਾ ਸਟ੍ਰਾਈਕ ਕੀਤੇ ਆ ਜਾਂ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ, ਇਹ ਸਾਰਾ ਕੁਝ ਜਿਹੜੀ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਹੈ ਉਹ ਤੇ ਹੀ ਡਿਪੈਂਡ ਕਰਦਾ। ਉਹ ਵੇਵਸ ਜਿਹੜੀ ਆ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਇਨਸਾਈਡ ਫਾਈਬਰ, ਉਹ ਜਦੋਂ ਜਿਹੜਾ ਵੇਵਸ ਟਰੈਵਲ ਕਰਦੀ ਆ ਉਹ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਹੀ ਡਿਸਾਈਡ ਕਰਦਾ। ਸੋ ਦੇਅਰਫੋਰ ਆਪਟੀਕਲ ਫਾਈਬਰ ਸਪੋਰਟਸ ਓਨਲੀ ਸਰਟਨ ਵੇਵਸ, ਸਾਰੀਆਂ ਵੇਵਸ ਨੂੰ ਸਪੋਰਟ ਨਹੀਂ ਕਰਦਾ। ਕਿਹਨਾਂ ਨੂੰ ਕਰਦਾ? ਐਂਡ ਕ੍ਰਾਈਟੀਰੀਅਨ ਫॉर ਦੀ ਸਿਲੈਕਸ਼ਨ ਆਫ ਪ੍ਰੋਪਗੇਸ਼ਨ ਐਂਗਲ। ਠੀਕ ਹੈ, ਪਤਾ ਲੱਗ ਗਿਆ? ਸੋ ਆਪਟੀਕਲ ਫਾਈਬਰ ਸਾਰੇ ਬੀਮਸ ਨੂੰ ਸਪੋਰਟ, ਕੁਝ ਸਰਟਨ ਵੇਵਸ ਨੂੰ ਸਪੋਰਟ ਕਰਦਾ, ਔਰ ਕਿਹੜਾ ਖਾਸ ਕਰਕੇ ਪ੍ਰੋਪਗੇਸ਼ਨ ਐਂਗਲ ਹੀ ਡਿਸਾਈਡ ਕਰਦਾ ਵੀ ਕ੍ਰਾਈਟੀਰੀਆ ਕੀ ਆ ਪ੍ਰੋਪਗੇਸ਼ਨ ਐਂਗਲ, ਯਾਨੀ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਤੋਂ ਥੱਲੇ ਜਿੰਨੇ ਐਂਗਲ ਆ, ਜਿਹੜੀ ਵੀ ਲਾਈਟ ਟਰੈਵਲ ਕਰੇਗੀ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਤੋਂ, ਠੀਕ ਹੈ, ਉਹੋ ਹੀ ਅੱਗੇ ਜਿਹੜਾ ਵੇਵ ਹੈ ਉਹ ਟਰੈਵਲ ਕਰੇਗੀ। ਠੀਕ ਹੈ, the concept of modes is a principal concern of ours because you will run across phenomena associated with it many times। ਠੀਕ ਹੈ, ਇਸ ਬੁੱਕ ਦੇ ਵਿੱਚ। ਤੇ ਹੁਣ ਆਪਾਂ ਮੋਡਲ ਇੰਟਰਮੋਡਲ ਡਿਸਪਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦਾ ਹਾਊ ਇਨਪੁਟ ਪਲਸ ਇਜ਼ ਡਿਲੀਵਰਡ ਵਿਦਨ ਏ ਫਾਈਬਰ। ਕਿੱਦਾਂ ਇੱਕ ਆਪਾਂ ਫਾਈਬਰ ਨੂੰ ਆਪਾਂ ਡਿਲੀਵਰ ਕਰਦੇ ਹਾਂ, ਜਿੱਦਾਂ ਹੁਣ ਆਪਾਂ ਅੱਗੇ ਡਾਇਗਰਾਮ ਤੋਂ ਦੇਖਦੇ ਆਪਾਂ, ਆਹ ਮੈਥਮੈਟੀਕਲ ਐਕਸਪ੍ਰੈਸ਼ਨ ਮੈਂ ਬਾਅਦ ਚ ਦੱਸਦਾ। ਆਹ ਦੇਖੋ, ਆਹ ਡਾਇਗਰਾਮ ਦੇਖ ਲਓ ਤੁਸੀਂ, ਦੇਖਦੀ ਹੈ, ਨਜ਼ਰ ਆ ਰਹੀ ਬੱਚੋਂ? ਨਜ਼ਰ ਆ ਰਹੀ? ਹੈਲੋ ਹਾਂਜੀ ਸਰ। ਹਾਂ, ਦੇਖੋ ਬਾਹਰ ਇੱਕ ਪਲਸ ਹੈ, ਆਹ ਪਲਸ ਹੈ, ਇਹਦੀ ਟਾਈਮ ਡਿਊਰੇਸ਼ਨ ਇੰਨੀ ਹੈਗੀ ਆ। ਇਹ ਇੱਕ ਲਾਈਟ ਪਲਸ ਹੈ, ਅੰਦਰ ਜਾ ਕੇ ਬ੍ਰੇਕ ਹੋ ਗਿਆ। ਦੇਖੋ ਬ੍ਰੇਕ ਹੋ ਗਿਆ ਨਾ, ਜਿਹੜਾ ਅੰਦਰ ਜਾ ਕੇ ਪਹਿਲਾ ਬੀਮ 0 ਆਰਡਰ ਤੇ ਆ, ਜਾਨੀ ਲੋਐਸਟ ਆਰਡਰ ਮੋਡ ਜਿਹਨੂੰ ਫੰਡਾਮੈਂਟਲ ਮੋਡ, ਆ ਫਸਟ ਆਰਡਰ, ਦੈਨ ਸੈਕੰਡ ਆਰਡਰ, ਦੈਨ ਉਹ ਕ੍ਰਿਟੀਕਲ ਆਰਡਰ।
ਤੇ ਪਹਿਲਾ ਜਦੋਂ ਬੀਮ ਹੈ ਉਹ ਸਾਨੂੰ ਆ ਦੇਖੋ ਜ਼ੀਰੋ ਆਰਡਰ ਵਾਲਾ ਆ ਮਿਲ ਗਿਆ, ਫਸਟ ਆਰਡਰ ਵਾਲਾ ਇਹ ਮਿਲ ਗਿਆ, ਸੈਕੰਡ ਆਰਡਰ ਵਾਲਾ ਵੀ ਮਿਲ ਗਿਆ, ਤੇ ਕ੍ਰਿਟੀਕਲ ਪ੍ਰੋਪਗੇਸ਼ਨ ਐਂਗਲ ਵਾਲੇ ਦਾ ਆਰਡਰ ਆ ਮਿਲਿਆ, ਯਾਨੀ ਇਹ ਹਾਈਐਸਟ ਆਰਡਰ ਮਿਲ ਗਿਆ, ਉਹ ਜ਼ੀਰੋ ਆਰਡਰ ਮਿਲਿਆ। ਹੁਣ ਇਹਦੀ ਲੀਡਿੰਗ ਐਜ ਤੇ ਇਹਦੀ ਫੋਲਿੰਗ ਐਜ, ਜ਼ੀਰੋ ਆਰਡਰ ਦੀ ਲੀਡਿੰਗ ਐਜ ਤੇ ਕ੍ਰਿਟੀਕਲ ਜਿਹੜਾ ਲਾਸਟ ਵਾਲਾ ਹਾਈਐਸਟ ਮੋਡ ਹੈ ਉਹਦੀ ਫੋਲਿੰਗ ਐਜ ਇਦਾਂ ਕੰਬਾਈਨ ਹੋਣਾ। ਇੱਥੋਂ ਲੈ ਕੇ ਇੱਥੇ ਤੱਕ ਦੇਖੋ ਪਲਸ ਡੈਲਟਾ ਟੀ ਮੀਨਸ ਉਹ ਜਿਹੜਾ ਰਿਜ਼ਲਟਿੰਗ ਪਲਸ ਸਾਨੂੰ ਆ ਮਿਲਣਾ। ਭੇਜਿਆ ਕਿੰਨਾ ਸੀ? ਇੰਨਾ ਭੇਜਿਆ ਕਿੰਨਾ ਸੀ? ਇਹ ਦੇਖੋ ਇਹ ਨੋਟ ਕੀਤਾ ਨਾ, ਇਹਦੀ ਟਾਈਮ ਡਿਊਰੇਸ਼ਨ ਕਿੰਨੀ ਆ? ਟੀ। ਤੇ ਜਿਹੜਾ ਜਦੋਂ ਹੁਣ ਇਹਨੇ ਵਿੱਚ ਹੀ ਪ੍ਰੋਪੇਗੇਟ ਕੀਤਾ, ਕਿਉਂਕਿ ਸਪਲਿਟ ਕਰ ਗਿਆ ਡਿਸਪਰਸ਼ਨ ਕਰਕੇ, ਪਹਿਲੇ ਪਲਸ ਦੀ ਲੀਡਿੰਗ ਐਜ ਤੇ ਲਾਸਟ ਪਲਸ ਦੀ ਫੋਲਿੰਗ ਐਜ, ਜਦੋਂ ਇਹਨੇ ਕੰਬਾਈਨ ਹੋਣਾ ਤੇ ਆ ਦੇਖੋ ਪਲਸ ਕੀ ਹੋ ਗਿਆ ਹੁਣ? ਬ੍ਰੌਡ ਹੋ ਗਿਆ ਨਾ। ਹੈਲੋ, ਇਟ ਇਜ਼ ਵਾਈਡਨਡ ਨਾਓ। ਹੈਲੋ, ਹਾਂਜੀ ਹਾਂਜੀ ਸਰ। ਹਾਂ, ਇਹਨੂੰ ਡਿਸਪਰਸ਼ਨ ਕਹਿੰਦੇ ਆ। तो ਇਹਨੇ ਜ਼ਿਆਦਾ ਬੈਂਡਵਿਡਥ ਆਕੂਪਾਈ ਕਰਨੀ ਹੈ। ਪਤਾ ਲੱਗ ਗਿਆ? ਹੁਣ ਆਪਾਂ ਥੋੜਾ ਜਿਹਾ ਪਿਛਲੇ ਪੇਜ ਤੇ ਫੇਰ ਚੱਲ ਜਾਣੇ ਆ ਦੇਖੋ ਹੁਣ ਆਪਾਂ ਇਹ ਸਾਰੀ ਡਿਸਕਸ਼ਨ ਜਿਹੜੀ ਆਪਾਂ ਕੀਤੀ ਸੀਗੀ, ਹੁਣ ਆਪਾਂ ਦੇਖਦੇ ਕਹਿੰਦਾ ਕਿੱਦਾਂ ਇਨਪੁਟ ਪਲਸ ਨੂੰ ਆਪਾਂ ਫਾਈਬਰ ਵਿੱਚ ਡਿਲੀਵਰ ਕਰਦੇ ਹਾਂ। ਆਪਾਂ ਉਹ ਮੰਨ ਲਿਆ ਕਹਿੰਦਾ ਡੋਂਟ ਕੰਸੀਡਰ ਬੀਮ ਪ੍ਰੋਪੇਗੇਟਡ ਇਨਸਾਈਡ ਅ ਫਾਈਬਰ ਟੇਕਿੰਗ ਇਨਟੂ ਅਕਾਊਂਟ ਦੀ ਮੋਡ ਕੰਸੈਪਟ। Don't forget we are discussing fiber optic communication. Therefore, we are looking to use light carry communication. ਹੁਣ ਮੰਨ ਲਓ ਫॉर ਮੋਸਟ ਡਿਜੀਟਲ ਕਮਿਊਨੀਕੇਸ਼ਨ ਵਾਸਤੇ ਜਿੱਥੇ ਪਲਸ ਆਉਂਦਾ ਉਹਨੂੰ ਲੌਜਿਕ 1 ਕਹਿੰਦੇ, ਜਿੱਥੇ ਨਹੀਂ ਆਉਂਦਾ ਡਾਰਕਨੈਸ ਉੱਥੇ ਲੌਜਿਕ 0 ਆ। ਸੋ ਇਹ ਜਿਹੜੇ ਲਾਈਟ ਸੱਚ ਲਾਈਟ ਪਲਸ ਰੇਡੀਏਟਡ ਬਾਈ ਦ ਲਾਈਟ ਸੋਰਸ ਐਂਟਰ ਅ ਫਾਈਬਰ ਵੇਅਰ ਈਚ ਪਲਸ ਬ੍ਰੇਕਸ ਡਾਊਨ ਇਨਟੂ ਅ ਸੈਟ ਆਫ ਸਮਾਲ ਪਲਸਸ। ਪਹਿਲਾਂ ਹੀ ਕਹਿਤਾ ਕੈਰੀਡ ਬਾਈ ਐਨ ਇੰਡੀਵਿਜੂਅਲ ਮੋਡ। ਜਿਹੜਾ ਵੀ ਇੱਕ ਪਲਸ ਜਾ ਰਿਹਾ ਉਹ ਇੱਕ ਇੰਡੀਵਿਜੂਅਲ ਮੋਡ ਨੂੰ ਕੈਰੀ ਕਰ ਰਿਹਾ। ਸੋ ਐਟ ਦੀ ਫਾਈਬਰ ਆਊਟਪੁੱਟ ਸਾਰੇ ਪਲਸ ਜਿਹੜੇ ਰੀਕੰਬਾਈਨ ਹੋ ਜਾਣਗੇ ਤੇ ਸਾਰੇ ਓਵਰਲੈਪ ਹੋ ਜਾਣਗੇ। ਰਿਸੀਵਰ ਜਿਹੜਾ ਆ ਸੀਜ਼ 1 ਲੌਂਗ ਲਾਈਟ ਪਲਸ। ਪਤਾ ਲੱਗ ਗਿਆ? ਜਿੱਦਾਂ ਉਹਨੇ ਕੰਬਾਈਨ ਹੋਣਾ ਤੇ ਸਾਰੇ ਜਦੋਂ ਅੰਦਰ ਕੰਬਾਈਨ ਹੋਗਾ ਤਾਂ ਰਿਸੀਵਰ ਨੇ ਇੱਕ ਲੰਬਾ ਪਲਸ ਦੇਖਣਾ, ਜਿਹਦੀ ਰਾਈਜ਼ਿੰਗ ਐਜ ਜਿਹੜੀ ਆ ਉਹ ਫੰਡਾਮੈਂਟਲ ਮੋਡ ਵਾਲੀ ਹੈ ਤੇ ਫਾਲਿੰਗ ਐਜ ਜਿਹੜੀ ਆ ਉਹ ਕ੍ਰਿਟੀਕਲ ਮੋਡ ਵਾਲੀ ਹੈ। ਇਹ ਮੈਂ ਪਹਿਲਾਂ ਦੱਸ ਦਿੱਤਾ। ਇਸ ਤਰੀਕੇ ਨਾਲ ਪਲਸ ਜਿਹੜਾ ਚੌੜਾ ਹੋ ਜਾਂਦਾ, ਵਾਈਡਨਿੰਗ ਹੋ ਜਾਂਦੀ ਆ। ਔਰ ਇਹ ਵਾਈਡਨਿੰਗ ਕਿਹਦੇ ਕਰਕੇ? ਡਿਸਪਰਸ਼ਨ ਕਰਕੇ। ਮੋਡ ਸਟਰਕਚਰ ਆਫ ਦੀ ਲਾਈਟ ਵੀ ਨੇ। तो फाइबर इज कॉल्ड मोडल, यानी इंटरमोडल डिस्पर्शन। मोडां दे विच ही आपसी डिस्पर्शन, इहनूं बोलदा इंटरमोडल डिस्पर्शन। पता लग गया? हेलो, हां जी सर। हां, हुण इह जिहड़ी पल्स स्प्रेडिंग होई है इहनूं आपां टाइम च कैलकुलेट करना, टाइम च कैलकुलेट करना। ठीक है, किन्ने मिनट हैगा अजे टाइम है ना, इहनूं आपां टाइम च कैलकुलेट करना। तो किदां कैलकुलेशन ऑफ पल्स स्प्रेड? तो कहता जिदा हम सानू पता है जो वेलोसिटी आ वो डिस्टेंस वटे टाइम होंगे, वो की होंगे डिस्टेंस वटे टाइम। आप टाइम कैलकुलेट करना, जिदा फाइबर का लेंथ हैगी एल, वो डिस्टेंस हो गया, तो जी मटीरियल मीडियम में लाइट जा रही है वो मतलब वी हो गई। पता लग गया? इतों वी कट लिया ना, वी जी डिस्टेंस वटे टाइम है। टाइम आप इधर लै गया जीरो ऑर्डर मोड का आप टाइम कट लिया। असल की है वह कॉज की है जीरो आ। असल की है एल वटे कॉज अल्फा सी, कॉज अल्फा, तो अल्फा की सी जीरो ऑर्डर मोड का जीरो, तो कॉज जीरो कितना होंगे 1, इस करके एल वटे वी रह गया। गल पल्ले पै गई, अपन टाइम कटिया। पता लग गया? हेलो, हाँ जी सर। हाँ जी हाँ जी सर। इदां ही आप हाईएस्ट मोड का कढ़ लेना, हाईएस्ट मोड का वह भी टाइम कढ़ लेना। और इत्थे जिहड़ी वी आ वो सानू पता की आ, जिहड़ा आपां रिफ्रैक्टिव इंडेक्स कढ़दे सी वो वेलोसिटी ऑफ लाइट वते वेलोसिटी ऑफ दी, उपर वेलोसिटी ऑफ लाइट सी जिहड़ी एयर जां वैक्यूम विच सी, ते थल्ले वेलोसिटी काहदी सी? वेलोसिटी ऑफ लाइट थ्रू दी मटीरियल मीडियम, वो एन बनता सी। असीं उत्तों वी कढ़ लई, सी बटे एन आ गया। आ देखो इत्थे वी दी वैल्यू सी बटे एन पुट कर देनी, जानी ऐसे एक्सप्रैशन च। इदां ही आपां हाईएस्ट ऑर्डर का जिहड़ा हाईएस्ट जिहड़ा मोड आ उहदा ऑर्डर का आपां टाइम कढ़ लिया, वो उहदे नाल एंगल बनिया कॉज अल्फा सी। पता लग गया? और कॉज अल्फा सी आपां पिछे कढ़िया, वो N2 बटे N1 है। N2 की है? क्लैड का रिफ्रैक्टिव इंडेक्स है, कोर का रिफ्रैक्टिव इंडेक्स N1 है। हुण यही वैल्यू उत्थे असीं पुट कर देनी, पर जिहड़ा टाइम कढ़ना है, टाइम डिफरेंस की आ, हाईएस्ट ऑर्डर का अपर माइनस लोअर, हाईएस्ट ऑर्डर अपर सी ते जीरो ऑर्डर लोअर सीगा। पता लग गया? मतलब हाईएस्ट ऑर्डर का ते लोअर ऑर्डर का असीं टाइम गैप लै लेना। ते फाइबर च स्टैप इंडेक्स आदे आप डेल्टा टी पैरां च SI लिखता, ये टाइम दे विच डिस्पर्स हो जाना। तो ये एक किस्म की डिस्पर्शन कढ़ ली आपां, मतलब टाइम का जिहड़ा डिफरेंस है। तो है पहले एक्सप्रैशन के विच दूजे एक्सप्रैशन के पहला घटा लेना, वी की वैल्यू असीं सी बटे N1 पुट कर ली, इदां ही इत्थे पुट कर ली। इत्थे कॉज अल्फा सी की N2 बटे N1 कर ला। तो आ जिहड़ा डिफरेंस है वो आ गया मैथमेटिकली कैलकुलेट करके, ये आ गया 316। समझ आ गई? हेलो हेलो, हाँ मैं तुहानूं समझा रहा हूँ। हुण की करना? हाँ हुण आपां उत्थे आ देखो, जिहड़ा मैनूं इन्ना पता भी जिहड़ा डेल्टा आ उपर ये रिलेटिव रिफ्रैक्टिव इंडेक्स है, उपर दोनों रिफ्रैक्टिव इंडेक्स का डिफरेंस है, थल्ले N आ।
n ਕੀ ਆ ਦੋਨਾਂ ਰਿਫਰੈਕਟਿਵ ਇੰਡੈਕਸ ਦੀ ਐਵਰੇਜ n1 + n2/2 तो ਅਸੀਂ ਡੈਲਟਾ ਦੀ ਵੈਲਿਊ ਆਪਾਂ ਉੱਥੇ ਪੁੱਟ ਕਰ ਦੇਣੀ ਆ ਜਾਨੀ ਜਿੱਦਾਂ ਉੱਥੇ ਉਹ ਪਿਛਲੇ ਪੇਜ ਦੇ ਵਿੱਚ ਆ ਦੇਖੋ 19 ਪੇਜ ਤੇ ਦੇਖੋ ਆ ਪਿਛਲੇ ਪੇਜ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਜਿਹੜਾ ਉਹ ਟਾਈਮ ਡਿਫਰੈਂਸ ਆਇਆ ਸੀ ਆ ਦੇਖੋ ਇੱਥੇ ਆ ਐਕਸਪ੍ਰੈਸ਼ਨ ਬਣਾ ਠੀਕ ਹੈ n1 - n2/n2 ਉਹਨੇ ਕੀ ਕੀਤਾ n ਸਾਰੀ ਨੂੰ ਡੈਲਟਾ ਲੈ ਲਿਆ ਆਪਾਂ n2 ਨੂੰ n ਦੇ ਕਲੋਜ਼ ਕਰ ਲਿਆ ਕਿਉਂਕਿ ਉਹ ਅਪਰੋਕਸੀਮੇਸ਼ਨ ਲੈ ਲਿਆ ਆਪਾਂ ਇਹਨੂੰ ਆਪਾਂ ਉਹਨੇ ਡੈਲਟਾ ਮੰਨ ਲਿਆ ਅਗਲੇ ਵਿੱਚ ਉਹ ਦੇਖ ਮੰਨ ਲਿਆ ਨਾ ਦੇਖ n1 - n2/n ਜਿੱਥੇ n2 ਜਿਹੜਾ ਕਹਿੰਦਾ n1 ਨੂੰ ਅਪਰੋਚ ਕਰਦਾ ਪਤਾ ਲੱਗ ਗਿਆ ਆ ਦੇਖੋ ਸਮਝ ਆ ਗਈ ਇਹਨੂੰ ਮੰਨ ਲਿਆ ਉਹਨੇ ਡੈਲਟਾ ਸੋ ਅਸੀਂ ਸਟੈਪ ਇੰਡੈਕਸ ਫਾਈਬਰ ਦੀ ਜਿਹੜਾ ਟਾਈਮ ਡਿਸਪਰਸ ਹੋਇਆ ਉਹ ਇੰਨਾ ਕੱਢ ਲਿਆ ਪਤਾ ਲੱਗ ਗਿਆ ਇੰਨਾ ਕੱਢ ਲਿਆ ਕਹਿੰਦਾ ਜੇ ਸਾਡੀ ਜਿਹੜੀ ਕੈਲਕੂਲੇਸ਼ਨ ਦੀ ਪ੍ਰੋਸੀਜਰ ਜੇ ਸਾਨੂੰ ਅਲਾਉ ਕਰੇ ਔਰ ਅਸੀਂ n1 ਤੇ n2 ਦਾ ਜਿਹੜਾ ਅਸੀਂ ਡਿਫਰੈਂਸ ਆ ਉਹਨੂੰ ਅਗਰ ਇਗਨੋਰ ਕਰ ਦਈਏ ਨੈਗਲੈਕਟ ਕਰ ਦਈਏ ਫਿਰ ਅਸੀਂ ਸਟਿਲ ਕਿਸੇ ਅਨਦਰ ਫਾਰਮ ਦੇ ਵਿੱਚ ਇਹੀ ਐਕਸਪ੍ਰੈਸ਼ਨ ਕੱਢ ਸਕਦੇ ਹਾਂ ਦੇਖੋ PC - T0 ਆ ਇੱਕ ਹੋਰ ਫਾਰਮ ਆ L/2CN2 ਤੇ ਉੱਪਰ NA ਦਾ ਹੋਲ ਸਕੁਆਇਰ NA ਕੀ ਹੈ ਨੂਮੈਰੀਕਲ ਪਰਚਰ ਸੋ ਇਦਾਂ ਅਸੀਂ ਸਟੈਪ ਇੰਡੈਕਸ ਫਾਈਬਰ ਦੀ ਡਿਸਪਰਸ਼ਨ ਕੱਢ ਸਕਦੇ ਹਾਂ ਵੀ ਜਾਨੀ ਸਟੈਪ ਇੰਡੈਕਸ ਫਾਈਬਰ ਅਸੀਂ ਲਿਆ ਉਹਦੇ ਵਿੱਚ ਜਦੋਂ ਫਾਈਬਰ ਪਲਸ ਨੂੰ ਅਸੀਂ ਲਾਈਟ ਪਲਸ ਨੂੰ ਲਾਂਚ ਕੀਤਾ ਤੇ ਅੰਦਰ ਉਹ ਬ੍ਰੇਕ ਕਰ ਗਿਆ ਤੇ ਅੰਦਰ ਜਿਹੜਾ ਅਲਟੀਮੇਟਲੀ ਰਿਸੀਵਿੰਗ ਐਂਡ ਤੇ ਉਹ ਪਲਸ ਡਿਸਪਰਸ ਕਿੰਨਾ ਹੋਇਆ ਉਹਨੂੰ ਟਾਈਮ ਡਿਫਰੈਂਸ ਵਿੱਚ ਆਪਾਂ ਇਦਾਂ ਕੈਲਕੂਲੇਟ ਕਰ ਲਿਆ ਸੋ 1016A ਤੇ 1016B ਇਹ ਫਾਰਮੂਲੇ ਬਣ ਗਏ ਸਟੈਪ ਇੰਡੈਕਸ ਫਾਈਬਰ ਵਾਸਤੇ ਅੱਗੇ ਉਹਨੇ ਦੇਖੋ ਇੱਕ ਨੂਮੈਰੀਕਲ ਦਿੱਤਾ ਕਹਿੰਦਾ ਹਾਊ ਮਚ ਵਿਲ ਅ ਲਾਈਟ ਪਲਸ ਸਪਰੈਡ ਕਿੰਨੀ ਲਾਈਟ ਸਪਰੈਡ ਹੋਏਗੀ ਟਾਈਮ ਦੇ ਵਿੱਚ ਅਗਰ ਉਹਨੇ 5 ਕਿਲੋਮੀਟਰ ਦੀ ਵੇਵ ਜਿਹੜੀ ਉਹ ਫਾਈਬਰ ਨੂੰ ਟਰੈਵਲ ਕੀਤਾ ਫਾਈਬਰ ਹੈਗਾ ਸਟੈਪ ਇੰਡੈਕਸ ਫਾਈਬਰ ਜਿਹਦਾ ਨੂਮੈਰੀਕਲ ਅਪਰਚਰ ਗਿਵਨ ਆ ਤੇ ਰਿਫਰੈਕਟਿਵ ਇੰਡੈਕਸ ਵੀ ਗਿਵਨ ਆ ਕੋਰ ਦਾ ਹੁਣ ਇਸੇ ਫਾਰਮੂਲੇ 'ਚ ਆਪਾਂ ਇਹਨੂੰ ਪੁੱਟ ਕਰ ਲੈਣਾ 316B ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਉਹ ਕੀ ਸੀ LNA²/2CN1 ਉਹ L 5 ਕਿਲੋਮੀਟਰ ਹੈ NA ਜਿਹੜਾ 0.275 ਹੈ ਇਹਦਾ ਸਕੁਆਇਰ ਕਰ ਲਓ 2 ਫਿਗਰ ਨਾਲ ਇਸ ਦੀ C ਵੈਲੋਸਿਟੀ ਆਫ ਲਾਈਟ ਹੈ ਤੇ ਜਿਹੜਾ N1 ਆ ਉਹ 1.482487 ਸੀ ਉੱਤੇ N2 ਦਿੱਤਾ ਸੀ ਕੋਈ ਗੱਲ ਨਹੀਂ ਇਹਨੂੰ N1 ਮੰਨ ਲਓ ਸੋ ਇਸ ਤਰੀਕੇ ਨਾਲ ਅਸੀਂ ਆ ਟਾਈਮ ਕਿੰਨਾ ਕੱਢ ਲਿਆ 423.8 ਨੈਨੋ ਸੈਕਿੰਡ ਇੰਨਾ ਕੱਢ ਲਿਆ ਜਾਨੀ ਇੰਨੀ ਡਿਸਪਰਸ਼ਨ ਹੋਈ ਪਰ ਇਹ ਸਾਨੂੰ ਜ਼ਿਆਦਾ ਲੱਗਦੀ ਫਿਗਰ ਪਰ ਕਿਲੋਮੀਟਰ ਕਿੰਨੀ ਸੀਗੀ 5 ਕਿਲੋਮੀਟਰ ਸੋ ਅਸਾਂ ਅਗਰ ਡਿਸਪਰਸ਼ਨ ਜਿਹੜੀ ਲਾਸ ਪਰ ਕਿਲੋਮੀਟਰ 'ਚ ਲਈਏ ਤੇ ਇਹਨੂੰ 5 ਨਾਲ ਵੰਡ ਲੈਣੇ ਅਸੀਂ 423.8 ਨੂੰ 5 ਨਾਲ ਵੰਡ ਲਿਆ ਤੋ ਆਹ ਦੇਖੋ ਡਿਸਪਰਸ਼ਨ ਡੈਲਟਾ TSI/L तो 2084.76 नैनोमीटर पर किलोमीटर ਹੁਣ ਤੁਸੀਂ ਨੋਟ ਕਰੋ 1 ਕਿਲੋਮੀਟਰ ਜਿਹੜਾ ਪਲਸ ਆ ਉਹ ਇੰਨਾ ਡਿਸਪਰਸ ਹੋ ਗਿਆ ਮੇਰੀ ਗੱਲ ਫੋਲੋ ਕੀਤੀ ਕਿੰਨਾ ਹੋ ਗਿਆ ਡਿਸਪਰਸ 84.7 ਨੈਨੋ ਸੈਕਿੰਡ ਉਹ 1 ਕਿਲੋਮੀਟਰ ਵਿੱਚ ਡਿਸਪਰਸ ਹੋ ਗਿਆ ਇਹ 1 ਕਿਲੋਮੀਟਰ ਵਿੱਚ ਹੈ ਤੇ 2 ਕਿਲੋਮੀਟਰ ਵਾਸਤੇ ਆਬਵੀਅਸਲੀ ਡਬਲ ਹੋ ਜਾਊਗਾ 3 ਕਿਲੋਮੀਟਰ ਵਾਸਤੇ ਆਬਵੀਅਸਲੀ ਡਬਲ ਹੋ ਜਾਊਗਾ 4 ਵਾਸਤੇ 5 ਕਿਲੋਮੀਟਰ ਵਾਸਤੇ ਉਹ ਇਹਦਾ ਮਤਲਬ ਇੱਕ ਪਲਸ ਨੇ ਜਦੋਂ ਟਾਈਮ 'ਚ ਉਹ ਦੂਜੇ ਦੇ ਓਵਰਲੈਪ ਕਰੀ ਜਾਣਾ ਤਾਂ ਫਿਰ ਇੰਟਰਫੀਰੈਂਸ ਹੋਊਗੀ ਨਾ ਮੇਰੀ ਗੱਲ ਪੱਲੇ ਪਈ ਓਵਰਲੈਪਿੰਗ ਹੋਣ ਦੇ ਨਾਲ ਇੰਟਰਫੀਰੈਂਸ ਹੋਏਗਾ ਨਾ ਇਦਾਂ ਸੋ ਇਹ ਡਿਸਪਰਸ਼ਨ ਜਾਨੀ ਬੈਂਡਵਿਡਥ ਤੇ ਵੀ ਲਿਮਿਟੇਸ਼ਨ ਹੈ ਡਿਜੀਟਲ ਕਮਿਊਨੀਕੇਸ਼ਨ ਵਿੱਚ ਵੀ ਜਦੋਂ ਬਿਟ ਰੇਟ ਜ਼ਿਆਦਾ ਹੁੰਦਾ ਉਸ ਲਈ ਵੀ ਪ੍ਰੋਬਲਮ ਆ ਜਾਂਦੀ ਹੈ ਆਹ ਦੇਖੋ ਇਹਦੇ ਨਾਲ ਸਾਡਾ ਬਿਟ ਰੇਟ ਵੀ ਰਿਸਟ੍ਰਿਕਟ ਹੁੰਦਾ ਆ ਉਹਨੇ ਇੱਕ ਐਗਜ਼ਾਮਪਲ ਦਿੱਤੀ ਆ 4 ਮਿੰਟ 39 ਸੈਕਿੰਡ ਰਹਿ ਗਿਆ ਕੋਈ ਗੱਲ ਨਹੀਂ ਮੈਂ ਦੱਸ ਦਿੰਦਾ ਆਹ ਦੇਖੋ ਉਹਨੇ ਗੱਲ ਦੱਸੀ ਕਹਿੰਦਾ ਮੰਨ ਲਓ ਇੱਕ ਆਪਟੀਕਲ ਫਾਈਬਰ ਹੈ ਉਹਦੇ ਵਿੱਚ ਮੈਂ 10 ਮੈਗਾਬਿਟ 10 Mbps ਦੀ ਆਪਾਂ ਸਪੀਡ ਦੇ ਨਾਲ ਉਹਦੀ ਜਿਹੜਾ ਲਾਈਟ ਹੈ ਉਹ ਟਰੈਵਲ ਕਰ ਲਈ ਜਾਨੀ ਉਹਦਾ ਪਲਸ ਰੇਟ ਇੰਨਾ ਹੈ ਡਾਟਾ ਰੇਟ ਇੰਨਾ ਹੈ ਠੀਕ ਹੈ ਇੱਥੋਂ ਅਸੀਂ ਕੱਢ ਲਿਆ ਵੀ ਜਿਹੜਾ ਇੱਕ ਸਾਈਕਲ ਹੈ ਇਹ ਤਾਂ ਸੀਗਾ 1 ਸੈਕਿੰਡ ਦੇ ਵਿੱਚ ਇੰਨੇ ਬਿਟਸ 1 ਸੈਕਿੰਡ ਦੇ ਵਿੱਚ 10 ਬਿਟ 10 ਮੈਗਾਬਿਟ ਠੀਕ ਹੈ ਤੇ ਆਪਾਂ ਮਤਲਬ 1 ਸੈਕਿੰਡ ਦੇ ਵਿੱਚ ਇੰਨੇ ਤੇ 1 ਨੈਨੋ ਸੈਕਿੰਡ 'ਚ ਕਿੰਨੇ ਹੋਏ ਜਾਨੀ ਇਦਾਂ ਕਹਿ ਲਈਏ ਵੀ ਇਹ 10 ਮੈਗਾ ਇੱਥੋਂ ਆਪਾਂ ਆਹ ਕੱਢ ਸਕਦੇ ਹਾਂ ਇੱਕ ਸਾਈਕਲ ਦੇ ਵਿੱਚ ਮਤਲਬ ਇਹ ਕਹਿ ਲਈਏ ਵੀ 1 ਸੈਕਿੰਡ ਨੇ ਇੰਨੇ ਮੈਗਾਬਿਟ ਲਏ ਜਾਂ ਇਹ ਕਹੀਏ ਵੀ ਟਾਈਮ ਰਿਕੁਆਇਰਡ ਫॉर 10 ਮੈਗਾਬਿਟਸ ਉਹ ਕਿੰਨਾ 1 ਸੈਕਿੰਡ 1 ਬਿਟ ਵਾਸਤੇ ਕਿੰਨਾ ਚਾਹੀਦਾ ਫਿਰ ਦੇਖ ਲਾ 1 ਬਿਟ ਵਾਸਤੇ ਜਾਂ 1 ਸਾਈਕਲ ਵਾਸਤੇ ਕਿੰਨਾ 100 ਨੈਨੋ ਸੈਕਿੰਡ ਚਾਹੀਦਾ 10 ਮੈਗਾਬਿਟ ਵਾਸਤੇ ਤਾਂ 1 ਸੈਕਿੰਡ ਚਾਹੀਦਾ ਤੇ ਇੱਕ ਬਿਟ ਵਾਸਤੇ 100 ਨੈਨੋ ਸੈਕਿੰਡ ਚਾਹੀਦਾ ਪਤਾ ਲੱਗ ਗਿਆ ਨਾ ਮੇਰੀ ਗੱਲ ਫੋਲੋ ਕੀਤੀ नहीं समझ आई समझ लगी उस 10 ਮੈਗਾਬਿਟ ਜਾਨੀ 10 ਮਿਲੀਅਨ ਹਾਂਜੀ ਸਰ ਹਾਂ ਉਹਦੇ ਵਾਸਤੇ 1 ਸੈਕਿੰਡ ਚਾਹੀਦਾ 1 ਸੈਕਿੰਡ ਦੇ ਵਿੱਚ ਇੰਨੇ ਮਿਲੀਅਨ ਬਿਟ 10 ਮਿਲੀਅਨ ਬਿਟਾਂ ਜਿਹੜੀਆਂ ਉਹ ਚਲੇ ਜਾਂਦੀਆਂ ਪਰ ਜੇ 1 ਬਿਟ ਨੂੰ ਟਰੈਵਲ ਕਰਨਾ ਉਹਦੇ ਤੇ ਟਾਈਮ ਘੱਟੇ ਲੱਗੂ ਉਹ ਦੇਖੋ 100 ਨੈਨੋ ਸੈਕਿੰਡ ਲੱਗ ਰਿਹਾ ਪਤਾ ਲੱਗ ਗਿਆ ਹਾਂ ਇਹ 1 ਬਿਟ ਦੀ ਗੱਲ ਹਾਂਜੀ ਸਰ
हाँ तो एक बिट जी जो आप गल कर 1 किलोमीटर में देखो 84.76 स्प्रेड हुई जो नैचुरली 2 जाऊगा तो इन्हें 2 ਨਾਲ गुणा कर ला देखो 169.52 नैनो सैकंड होएगी। तो अगे मैं देखा बिट रेट से कितना रिस्ट्रिक्ट करता आ देखो दसा इदा रैलेटिव एम्पलीट्यूड है आपने थले टाइम दिता 100 नैनो सैकंड 200 सैकंड 200 नैनो सैकंड तो आ देखो पहला देखो एक बिट की जी जो एक्सपैंड होया 1 किलोमीटर पिछे 84.100 नैनो सैकंड अगले किलोमीटर में 100 ऐड हो जाऊ जो आप दूजे किलोमीटर पर जाना वो जानी देखो आ देखो फिर होर ऐड जूगा ओवरलैपिंग हो रही है ना गल पल्ले पई है बच्चों आप पता लग रहा ना। हेलो हाँ जी सर हाँ जी। सो इस तरीके ना जेड़ा बिट रेट आ वो बैंडविड्थ दी ओवरलैप बैंडविड्थ ਉਹਦੇ ਨਾਲ बैंडविड्थ रिस्ट्रिक्ट हो रही है। असल च की है कि टाइम ਦੇ ਵਿੱਚ ਜਿਹੜਾ ਪਲਸ ਆ ਉਹ ਡਿਸਪਰਸ ਹੋ ਰਿਹਾ मतलब ਪਲਸ ਵਿੱਚ ਤੇ ਡਿਸਟਿੰਗੁਇਸ਼ ਨਹੀਂ ਹੋ ਰਿਹਾ ਇੱਕ ਪਲਸ ਦੂਜੇ ਪਲਸ ਦੇ ਉੱਪਰ ਓਵਰਲੈਪ ਕਰ ਰਿਹਾ ਤੇ ਜਦੋਂ ਓਵਰਲੈਪਿੰਗ ਹੋ ਗਈ ਅਲਟੀਮੇਟਲੀ ਜਿਹੜਾ ਨੈਟ ਇਫੈਕਟ ਉਹ ਬ੍ਰੌਡਨ ਹੋ ਜਾਣਾ ਇਹਨਾਂ ਬੈਂਡਵਿਡਥ ਵੀ ਘਟ ਜਾਣੀ ਬਿਟ ਰੇਟ ਵੀ ਰਿਸਟ੍ਰਿਕਟ ਹੋ ਜਾਣਾ। ਸੋ ਡਿਸਪਰਸ਼ਨ ਇੱਕ ਮੇਜਰ ਲਿਮਿਟੇਸ਼ਨ ਹੈ ਪਤਾ ਲੱਗ ਗਿਆ। हेलो यस सर हाँ जी सर हाँ ठीक नहीं इस करके अगे भी देखो हुण कहंदा 1 किलोमीटर जिदा मैक्सिमम 1 किलोमीटर जिदा आ देखो देखो आपां कढिया 1 किलोमीटर जिहड़ा आपां डिस्कस कीता सी फिर ट्रांसमिशन लेंथ जिहड़ी 1 किलोमीटर उत्थे बिट रेट कितना होगा उत्थे बिट रेट कितना होगा 1 मिनट 43 सैकंड है देख लो आ उन्हें कैलकुलेट कर लिया जिहड़ी बैंडविड्थ कर रही 1 बटे टाइम हुंदा ना 1 बटे टाइम आपां की करना जिहड़ा आपो टाइम कढिया सी वो सीगा 84.76 नैनो सैकंड इनू वंड ला यानी इतने 11.8 मैगा आ गए बिट रेट इन्ना आ गया मेरी गल पल्ले पई ठीक है। जे आप हाँ जे आप एडजेसेंट पल्स के टाइम गैप की गल कर लीए मतलब आप उन्होंने सैपरेशन लिखीए मतलब असीं कहिए भी 25% साइकिल गैप है मतलब 25% का साइकिल गैप है ठीक है। तो जे 25% गैप रखीए फिर मैक्सीमम पल्स विड्थ जी वो होर हो जानी है टाइम विड्थ ज़्यादा बढ़ जाना है ना तो आ देखो फिर टाइम विड्थ इन्ना हो गया 105.95 नैनो सैकंड हुण जिहड़ा बिट रेट है वो होर भी घट गया देख ला आ देख ला ना क्योंकि इत्थे टाइम बढ़ गया पहला 84.76 नैनो सैकंड सी जे आप थोड़ा जिहा गैप पा देने 25% सपोज गैप पा देने वो विच उहदे ऐड कर देने ये 105.95 नैनो सैकंड लग गया तो ये बिट रेट होर घट गया। सो टाइम दे विच जिन्ना टाइम वधी जाऊगा उन्ना बिट रेट घटी जाना। सो टाइम की आ डिस्पर्शन यानी पल्स का फैलना पता लग गया। जे असीं कहिए भी 12 मैगाबिट सी ते वो देखो रिस्ट्रिक्ट हो गए जिद्दां टाइम पहले 11.8 रह गई उस तो बाद वो कितनी रह गई 9.44 रह गई। सो इस तरीके नाल बिट रेट रिस्ट्रिक्ट हो रही है 1 मिनट तो घट रह गया ठीक है। गां आपां ग्रेड इंडेक्स दे विच इहदा सोल्यूशन लभांगे ते सिंगल मोड विच भी लभांगे। आई होप यू एंजॉयड द लेक्चर राइट। हाँ जी सर हाँ ठीक है ओके गुड लक बेस्ट विशेस हैव ए गुड डे। हां ਅਤੇ स्क्रीनशॉट ले लो ओके सर ओके आ ले लो वीडियो ऑन करके सारे स्क्रीनशॉट ले लो वीडियो ऑन करके चारे बच्चे जुड़े आ वीडियो ऑन करो सारे जने वीडियो ऑन करो करण